ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ 19 ਨੰਬਰ ਪੌੜੀ ਜੋ ਕਿ ਪੰਨਾ 473 ਤੇ ਦਰਜ ਹੈ, ਉਸ ਵਿੱਚ ਦੋ ਸ਼ਲੋਕ ਦਰਜ ਹਨ। ਉਸ ਦੇ ਦੂਸਰੇ ਸ਼ਲੋਕ ਦੀ ਜੋ ਇੱਕ ਪੰਕਤੀ ਹੈ ਉਸ ਦੀ ਵਿਚਾਰ ਸਾਂਝੀ ਕਰਾਂਗੇ। ਇਹ ਸ਼ਲੋਕ ਸਾਰਾ ਸਕਰੀਨ ਤੇ ਸ਼ੇਅਰ ਕੀਤਾ ਗਿਆ ਹੈ ਔਰ ਇਸ ਨੂੰ ਆਪਾਂ ਵਿਚਾਰ ਵੀ ਚੁੱਕੇ ਹਾਂ। ਅੱਜ ਜੋ ਹੈ ਪ੍ਰਮੁੱਖ ਵਿਚਾਰ ਸਿਰਫ ਇਸ ਪੰਕਤੀ ਦੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਕਿਉ ਮੰਦਾ ਆਖੀਐ, ਉਹ ਇਹਦੇ ਲਈ ਆਪਾਂ ਹੁਣ ਇਹ ਜੋ ਪੰਕਤੀ ਹੈ ਇਸ ਦੇ ਅਰਥ ਟੀਕਿਆਂ ਵਿੱਚ ਦਰਜ ਹਨ। ਜਿਸ ਇਸਤਰੀ ਜਾਤੀ ਤੋਂ ਰਾਜੇ ਵੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। ਤੇ ਦੂਸਰੇ ਜੋ ਅਰਥ ਹਨ ਉਹ ਫਰੀਦਕੋਟ ਵਾਲੇ ਟੀਕੇ ਦੇ ਹਨ। ਸੋ ਇਸਤਰੀ को खोटा वचन क्यों कहिए, जिस स्त्री से राजान राजे जन्मते हैं। सो जो ਹੁਣ ਤੱਕ ਦੇ ਅਰਥ ਹਨ ਉਹ ਇਸਤਰੀ ਜਾਤੀ ਨੂੰ ਪ੍ਰਮੁੱਖ ਰੱਖ ਕੇ ਕੀਤੇ ਹਨ। ਇਹ ਆਪਾਂ ਵਿਚਾਰ ਕੇ ਦੇਖਦੇ ਹਾਂ ਕਿ ਇਸ ਤੋਂ ਅੱਗੇ ਵੀ ਗੱਲ ਹੈ ਕਿ ਇਕੱਲੀ ਜਾਤ ਦੀ ਗੱਲ ਹੈ ਕਿ ਇੱਥੇ ਕੋਈ ਜੋਤ ਦੀ ਗੱਲ ਹੈ। ਆਪਾਂ ਪਿੱਛੇ ਕੀਤਾ ਹੈ ਕਿ ਜੋ ਮਾਤਰਾਵਾਂ ਹਨ ਕਿਤੇ ਨਾ ਕਿਤੇ ਉਹਨਾਂ ਵਿੱਚ ਬਾਤ ਘਾਟ ਜ਼ਰੂਰ ਹੈ। ਇੱਥੇ ਆਪਾਂ ਪਹਿਲਾ ਜੋ ਸ਼ਲੋਕ ਪੜ੍ਹ ਰਹੇ ਹਾਂ, ਸਫਲ ਜਨਮ ਮੋਕੋ ਗੁਰ ਕੀਨਾ। ਹੁਣ ਇੱਥੇ ਜਿਹੜਾ ਗੁਰ ਆਪਾਂ ਦੇਖ ਰਹੇ ਹਾਂ ਇਹ ਗੁਰ ਇੱਥੇ ਮੁਕਤਾ ਹੈ ਔਰ ਗੁਰ ਦੇ ਅੱਗੇ ਇੱਕ ਵਰਬ ਹੈ, क्रिया है कीना। पर इसे ही पंक्ति दी जो अगली ਆਪਾਂ ਕੋਲ ਰਹਾਉ ਵਾਲੀ ਬੰਦ ਆਏਗਾ ਉਹਦੇ ਵਿੱਚ ਇਹ ਮਾਤਰਾ ਜੋ ਹੈ ਉਹ ਬਦਲ ਚੁੱਕੀ ਹੈ। ਜੋ ਖੋਜੀ ਸੱਜਣ ਹਨ ਉਹ ਦੇਖ ਲੈਣ। ਜਨਮ ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਮ੍ਰਿਤ ਲੀਨਾ। ਇਹ ਭਗਤ ਨਾਮਦੇਵ ਜੀ ਦੀ ਪੰਕਤੀ ਹੈ। ਤੇ ਦੂਸਰੀ ਜਗ੍ਹਾ ਇਸ ਦੇ ਨਾਲ ਲੱਗਦਾ ਹੀ ਆ ਜਾਂਦਾ, ਗਿਆਨ ਅੰਜਨ ਮੋਕੋ ਗੁਰ ਦੀਨਾ। ਹੁਣ ਆ ਜੋ ਗਿਆਨ ਅੰਜਨ ਇੱਥੇ ਸਿਆਰੀ ਲੱਗੀ ਹੈ, ਉਹ ਇਹ ਉੱਪਰ ਜੋ ਹੈ ਉਹ ਕਿਤੇ ਸਿਹਾਰੀ ਲਿਖਾਈ ਦੀ ਜੋ ਹੈ ਆਪਾਂ ਕਹਿੰਦੇ ਨੇ ਪਾਠੰਤਰ ਹੈ ਉਹ ਉੱਥੇ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਨੇਮ ਚੱਲਦਾ ਹੈ ਗੁਰਬਾਣੀ 'ਚ ਕਿ ਜਦੋਂ ਵੀ ਕਿਤੇ ਨਾਉਨ ਦੇ ਨਾਲ ਵਰਬ ਆਉਂਦਾ ਤੇ ਉਹ ਨਾਉਨ ਸਿਆਰੀ ਰੂਪ 'ਚ ਕਾਰਕ ਰੂਪ 'ਚ ਹੋ ਜਾਂਦਾ ਹੈ। ਤੇ ਫਿਰ ਉਹ ਕਹਿੰਦੇ ਰਾਮ ਨਾਮ ਬਿਨ ਜੀਵਨ ਮਨ ਹੀਨਾ। ਇਹ ਗਿਆਨ ਅੰਜਨ ਜਿਹੜਾ ਉਹ ਗੁਰ ਨੇ ਦਿੱਤਾ। ਉਹਨਾਂ ਕੋਲ ਗੁਰ ਜੋ ਹੈ ਉਹ ਕਬੀਰ ਜੀ ਦੀ ਬਾਣੀ ਤੋਂ ਆਇਆ ਹੈ, ਕਿਉਂਕਿ ਗੁਰ ਦੀਨਾ ਹੈ ਗਿਆਨ ਦੀਨਾ ਹੈ। ਜਿਹੜਾ ਗਿਆਨ ਅੰਜਨ ਹੈ ਇਹ ਜੜ ਹੁੰਦਾ ਹੈ, ਇਹ ਸਮਝਾਇਆ ਜਾਂਦਾ ਹੈ। ਫਿਰ ਇਹਨੂੰ ਹੀ ਗਿਆਨ ਅੰਜਨ ਨੂੰ ਰਾਮ ਨਾਮ ਕਿਹਾ ਗਿਆ ਹੈ। ਰਾਮ ਨਾਮ ਦੀ ਹੀ ਜੋ ਗੁਰਬਾਣੀ ਵਿੱਚ ਪ੍ਰੋੜਤਾ ਹੈ ਕਿ ਰਾਮ ਨਾਮ ਬਿਨ ਜੀਵਨ, ਆ ਜਿਹੜਾ ਮਨ ਹੈ ਇਸ ਜੀਵਨ ਨੂੰ ਬੇਕਾਰ ਸਮਝਦਾ ਜਦੋਂ ਗਿਆਨ ਹੋ ਜਾਂਦਾ, ਉਸ ਤੋਂ ਪਹਿਲਾਂ ਤਾਂ ਗਿਆਨ ਹੈ ਨਹੀਂ। ਸੋ ਦੂਸਰੀ ਗੱਲ ਹੈ ਕਿ ਅੰਤਰਮਲ ਨਿਰਮਲ ਨਹੀਂ ਕੀਨਾ। ਹੁਣ ਇੱਥੇ ਕੀਨਾ ਸ਼ਬਦ ਆਇਆ ਪਰ ਕਿਉਂਕਿ ਇਹਦੇ ਅੱਗੇ ਅਜੇ ਉਹ ਨਹੀਂ ਹੈ। ਸੋ ਇਹਦਾ ਆਪਾਂ ਨੂੰ ਸਮਝਣ ਦਾ ਭਾਵ ਇਹ ਹੈਗਾ ਕਿ ਬਹੁਤ ਇਸ ਤਰ੍ਹਾਂ ਦੇ ਜੋ ਆਪਣੇ ਆਪ ਨੂੰ ਧਰਮੀ ਸਮਝਦੇ ਹਨ ਉਹਨਾਂ ਦਾ ਅਜੇ ਅੰਤਰ ਜਿਹੜਾ ਹੈਗਾ ਮਲ ਹੈਗੀ ਹੈ, ਉਹਨਾਂ ਦੇ ਅੰਦਰ ਭਰਮ ਹੈਗਾ, ਬਾਹਰ ਉਹਨੇ ਭੇਖ ਪਾ ਲਿਆ। ਸੋ ਇਹ ਜੋ ਆਪਾਂ ਪੜ੍ਹ ਰਹੇ ਹਾਂ ਸ਼ਲੋਕ ਇਹਦੇ ਵਿੱਚ ਇੱਕ ਭੇਖ ਤੇ ਹੀ ਟਿੱਪਣੀ ਹੈ ਕਿ ਭੇਖ ਪਾ ਲੈਣਾ ਹੋਰ ਹੈ, ਮਨ ਨਿਰਮਲ ਕਰਨਾ ਗੱਲ ਹੋਰ ਹੈ। ਮਨ ਜੋ ਹੈ ਉਹ ਭੰਡ 'ਚ ਜਾ ਕੇ ਨਿਰਮਲ ਹੁੰਦਾ। ਗ੍ਰਹਿ ਵਸ ਗੁਰ ਕੀਨਾ ਹੋ ਕਰ ਕੀਨਾਰ। ਇਹਦੇ ਜੋ ਪੰਕਤੀ ਆਪਾਂ ਪੜ੍ਹ ਰਹੇ ਹਾਂ ਇਹਦੇ ਤੇ ਵੀ ਇੱਥੇ ਗੁਰ ਕੀਨਾ ਚੱਲ ਰਿਹਾ ਹੈ, ਨੇਮ ਇਹੀ ਚੱਲਦਾ ਹੈ। ਸੰਸਰ ਗੁਰਬਾਣੀ ਵਿੱਚ ਚੱਲਦਾ ਹੈ ਕਿਤੇ ਨਾ ਕਿਤੇ। ਜੇ ਕੋਈ ਮਾਤਰਾ ਵੱਧ ਘੱਟ ਹੈਗੀ ਹੈ ਉਹ ਜੋ ਵਿਆਕਰਣ ਵਾਲੇ ਬੋਧ ਰੱਖਦੇ ਹਨ ਵਿਆਕਰਣ ਦਾ, ਉਹ ਸੱਜਣ ਇਸ ਗੱਲ ਤੇ ਵਿਚਾਰ ਕਰਨ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ। ਹੁਣ ਇਹ ਜੋ ਵੀ ਚੱਲ ਰਿਹਾ ਹੈ ਕਨਸੈਪਟ, ਉਹ ਮਨਮੁਖ ਦੇ ਵਿੱਚ ਮਨਮੁਖਤਾ ਕੀ ਹੈ, ਉਹ ਉਹਦੀ ਕੁਨਾਰ ਹੈ, ਉਹ ਕੁਲੱਖਣੀ ਬੁੱਧ ਦੀ ਗੱਲ ਆ ਰਹੀ ਹੈ। ਤਾਂ ਗੱਲ ਜੋ ਹੈ ਉਹ ਬੁੱਧ ਤੇ ਆ ਰਹੀ ਹੈ। ਬੁੱਧ ਜੋ ਹੈ ਉਹ ਬ੍ਰਹਮ ਦਾ ਹਿੱਸਾ ਹੁੰਦਾ। ਸੋ ਜਦੋਂ ਕਹਿੰਦੇ ਆ ਸੋ ਕਿਉ ਮੰਦਾ ਆਖੀਐ,
ਉਹ ਆਪਾਂ ਵਿਚਾਰ ਕਰਾਂਗੇ ਕਿ ਉਹ ਮੰਦਾ ਕਿਸ ਐਂਟੀਟੀ, ਕਿਹੜੀ ਉਹ ਖਾਸ ਵਸਤੂ ਹੈ ਜਿਹਦੇ ਵਾਸਤੇ ਗੱਲ ਹੋ ਰਹੀ ਹੈ। ਹਰੀ ਜਸ ਸੁਣਤ ਆਲਸ ਮਨ ਕੀਨਾ, ਇਹ ਵੀ ਉਹੀ ਰੂਲ ਚੱਲ ਰਿਹਾ ਹੈ। ਗੁਰਕੀਨਾ ਮਨ ਕੀਨਾ, ਇਹ ਸਿਹਾਰੀ ਜੋ ਹੈ ਉਹ ਲੱਗਣੀ ਲਾਜ਼ਮੀ ਹੈ। ਤਾਂ ਹੀ ਆਪਾਂ ਇਸ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਜਿਹੜਾ ਭੰਡ ਹੈਗਾ ਉੱਥੇ ਭੰਡ ਮੂਆ ਸਿਹਾਰੀ ਨਾਲ ਆਉਣਾ ਚਾਹੀਦਾ। ਇਹ ਗ੍ਰਾਮਰ ਦੇ ਹਿਸਾਬ ਨਾਲ ਜ਼ਿਆਦਾ ਢੁਕਮਾ ਹੈ। ਫਿਰ ਇਹਦੇ ਨਾਲ ਅਰਥ ਵੀ ਬਣ ਜਾਂਦੇ ਹਨ, ਨਹੀਂ ਫਿਰ ਅਰਥ ਕਰਨ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਹੈ। ਤੇ ਇਸ ਤਰ੍ਹਾਂ ਆਪਾਂ ਮੱਤ ਦੇ ਵੀ ਕਰ ਚੁੱਕੇ ਹਾਂ ਪਹਿਲਾਂ ਕਿ ਮੱਤ 'ਚ ਵੀ ਕਿਤੇ ਸਿਹਾਰੀ ਹੈ, ਕਿਤੇ ਲੱਗਣੋਂ ਰਹਿ ਗਈ ਹੈ। ਉਹ ਵੀ ਜਿੰਨੇ ਵਿਆਕਰਣ ਦੀ ਸੂਝ ਰੱਖਦੇ ਹਨ ਉਹ ਇਸ ਗੱਲ ਦਾ ਜ਼ਰੂਰ ਨੋਟ ਰੱਖਣ, ਤਾਂ ਕਿ ਜਿੱਥੇ ਜਿੱਥੇ ਕਿਤੇ ਲੋੜ ਹੈ ਇਸ ਨੂੰ ਆਪਾਂ ਸੁਧਾਰ ਸਕੀਏ। ਆਪਣਾ ਜੋ ਮੇਨ ਟੌਪਿਕ ਹੈ ਉਹ ਇਹੀ ਹੈ ਕਿ ਸੋ ਕਿਉ ਮੰਦਾ ਆਖੀ ਹੈ। ਮੰਦਾ ਜੋ ਸ਼ਬਦ ਹੈ ਉਹ ਪੁਰਸ਼ਵਾਚਕ ਹੈ। ਸੋ ਕਿਸੇ ਪੁਰਸ਼ਵਾਚਕ ਹਸਤੀ ਜਾਂ ਐਂਟੀਟੀ ਨੂੰ ਸੰਬੋਧਿਤ ਹੋ ਰਹੀ ਹੈ ਗੱਲ, ਜਾਤੀ ਨਾਲ ਨਹੀਂ ਹੋ ਰਹੀ, ਜੋਤ ਨਾਲ ਹੋ ਰਹੀ ਹੈ। ਇਹ ਆਪਣਾ ਵਿਚਾਰ ਹੈ। ਆਪਾਂ ਹੁਣ ਜਦ ਮੰਦਾ ਸ਼ਬਦ ਦੇ ਮੀਨਿੰਗ ਲੱਭਣ ਦੀ ਕੋਸ਼ਿਸ਼ ਕਰੀਏ ਤੇ ਉਹ ਈਵਲ ਦੀ ਸੈਂਸ 'ਚ ਆਉਂਦਾ ਹੈ। ਪਰ ਈਵਲ ਜਿਹੜਾ ਅੱਖਰ ਹੈ ਮੰਦਾ, ਉਹਦੇ ਕਾਫੀ ਰੂਪ ਹਨ ਆਪਣੇ ਕੋਲ। ਆਪਾਂ ਦੇਖ ਸਕਦੇ ਹਾਂ ਬੈਡ, ਈਵਲ, ਇਨਫੀਰੀਅਰ, ਪੂਅਰ ਇਨਕੁਆਲਿਟੀ। ਇੱਕ ਤਾਂ ਇਹ ਉਹਦਾ ਮੀਨਿੰਗ ਹੁੰਦਾ। ਦੂਸਰਾ ਮੰਦਾ ਦਾ ਜੇ ਪੰਜਾਬੀ 'ਚੋਂ ਮੀਨਿੰਗ ਲਈਏ ਤਾਂ ਇਕਨੋਮਿਕ ਰਿਸੈਸ਼ਨ, ਕੋਈ ਚੀਜ਼ ਦਾ ਭਾਅ ਗਿਰ ਜਾਣਾ, ਉਹ ਇਕਨੋਮਿਕ ਰਿਸੈਸ਼ਨ ਹੁੰਦਾ। ਉਹਨੂੰ ਵੀ ਕਹਿੰਦੇ ਮੰਦਾ ਪੈ ਗਿਆ। ਫਸਲ ਬੀਜੀ ਸੀ, ਉਹ ਉਹਦਾ ਭਾਅ ਨਹੀਂ ਮਿਲਿਆ, ਸੋ ਇਕਨੋਮਿਕ ਦੀ ਸੈਂਸ ਵੀ ਆਉਂਦਾ। ਪਰ ਇੱਥੇ ਕੋਈ ਇਕਨੋਮਿਕ ਰਿਸੈਸ਼ਨ ਵਾਲਾ ਹੀ ਉਹ ਫਸਲ ਵਾਲੀ ਗੱਲ ਵੀ ਕਹਿ ਸਕਦੇ ਹਾਂ, ਪਰ ਉਹ ਕਿਸ ਰੂਪ 'ਚ ਹੈ, ਕਿਹੜੀ ਫਸਲ ਹੈ, ਉਸ ਦਾ ਆਪਾਂ ਨੂੰ ਗਿਆਨ ਹੋਣਾ ਚਾਹੀਦਾ। ਪੰਜਾਬੀ ਵਿੱਚ ਇਹਦੇ ਅਰਥ ਹਨ ਬਦ, ਬੁਰਾ, ਦੁਸ਼ਟ, ਖੋਟਾ। ਸੋ ਇਹ ਨੈਗੇਟਿਵ ਵਰਡ ਹੈ ਔਰ ਕਾਫੀ ਇਸ ਦੇ ਮੀਨਿੰਗ ਜੋ ਹਨ ਉਹ ਬਰੋਡ ਐਂਗਲ ਤੋਂ ਆਪਾਂ ਸਮਝਦੇ ਹਾਂ ਕਿ ਇੱਕ ਮੰਦਾ ਕਹਿ ਕੇ ਆਪਾਂ ਇਹਨਾਂ ਸਾਰੇ ਅੱਖਰਾਂ ਨੂੰ, ਕਿਸੇ ਕੋਲ ਵਿਕਾਰ ਹੋਣ ਨੂੰ ਮੰਦਾ ਕਹਿੰਦੇ ਆ, ਐਬੀ ਨੂੰ ਵੀ ਆਪਾਂ ਮੰਦਾ ਹੀ ਕਹਿੰਦੇ ਆ। ਕੋਈ ਸ਼ਰਾਬੀ ਹੋਵੇ ਜਾਂ ਕੋਈ ਕਿਸੇ ਦਾ ਨੁਕਸਾਨ ਕਰਨਾ ਹੋਵੇ ਜਾਂ ਸੋਚਦਾ ਹੋਵੇ, ਇਹ ਸਾਰੀਆਂ ਇਹ ਉਹਦੀਆਂ ਜੋ ਆਦਤਾਂ ਹਨ ਉਹਦੇ ਸੈਂਸ 'ਚ ਆਉਂਦਾ। ਪਰ ਸਭ ਤੋਂ ਪਹਿਲਾਂ ਜੋ ਅੱਖਰ ਹੈ ਉਹ ਆਉਂਦਾ ਸੋ। ਹੁਣ ਸੋ ਔਰ ਇਹਦੀਆਂ 3 ਫਾਰਮਸ ਆਪਾਂ ਨੂੰ ਮਿਲਦੀਆਂ, ਤੇ ਜੇ ਇਹਨੂੰ ਆਪਾਂ ਗ੍ਰਾਮੈਟੀਕਲ ਤੌਰ ਤੇ ਦੇਖੀਏ ਤਾਂ ਇਹ ਸਰਵਨਾਮ ਹੈ। ਕਹਿਣ ਦਾ ਭਾਵ ਇਹ ਪ੍ਰੋਨਾਊਨ ਹੈ, ਕਿਸੇ ਦਾ ਨਾਂ ਨਹੀਂ ਲਿਆ ਹੋਇਆ, ਉਹਨੂੰ ਐਜ਼ ਏ ਨਾਉਨ ਦੀ ਜਗ੍ਹਾ ਉਹ ਵਰਡ ਯੂਜ਼ ਕੀਤਾ ਜਾਂਦਾ। ਉਹ ਜੋ ਆਇਆ ਸੋ ਚੱਲ ਸੀ ਦਾ ਭਾਵ ਜਿਹੜਾ ਆਇਆ ਸੀ, ਆਇਆ ਮੇਲ ਹੈ, ਮੈਸਕੂਲਿਨ ਵਰਡ ਹੈ। ਸੋ ਉਹ, ਸੋ ਇੱਥੇ ਜੋ ਹੋੜੇ ਨਾਲ ਲੱਗਿਆ ਉਹ ਜ਼ਿਆਦਾਤਰ ਤਾਂ ਲੱਗਦਾ ਹੈ ਕਿਉਂਕਿ ਉਹ ਤੋਂ ਪਿਛਲਾ ਜਾਂ ਅੱਗੇ ਜੋ ਪ੍ਰਕਰਨ ਹੈ ਉਹ ਪੁਰਸ਼ਵਾਚਕ ਚੱਲਦਾ। ਅਮਰ ਸਗੁਰ ਕਰਤਾਰ, ਇਹਨੂੰ ਸੋ ਕਰਕੇ ਇਸ ਤਰ੍ਹਾਂ ਵੀ ਲਿਖਿਆ ਮਿਲਦਾ ਹੈ, ਤੇ ਦੋਨਾਂ ਫਾਰਮ 'ਚ ਆਪਾਂ ਨੂੰ ਮਿਲਦਾ ਹੈ। ਅਰਥ ਹੀ ਦਾ ਉਹ ਹੀ ਹੁੰਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਜੋ ਸਤ ਸੰਗਤੀ 'ਚ ਮਿਲ ਗਿਆ ਹੈ ਸੇ ਤਰਿਆ, ਉਹ ਸਭ ਤਰ ਜਾਂਦੇ ਨੇ, ਉਹਦੀ ਗੱਲ ਆਉਂਦੀ ਹੈ। ਸੋ ਇਹਦੀਆਂ ਫਾਰਮਸ ਇਹੀ ਆ। ਇਸ ਤਰ੍ਹਾਂ ਹੀ ਸਾ ਜਿਹੜਾ ਹੈ ਉਹ ਵੀ ਸੱਸੇ ਤੋਂ ਹੀ ਬਣਦਾ ਹੈ। ਸੱਸੇ ਨਾਲ ਦੇਖੋ ਕਿੰਨੀਆਂ ਮਾਤਰਾਵਾਂ ਲਾ ਕੇ ਉਸ ਦਾ ਜੋ ਹੈ ਜੋ ਨੇਮ ਹੈ ਭਾਸ਼ਾ ਦਾ ਉਸਦੇ ਵਿੱਚ ਚੱਲਦਾ ਹੈ। ਸਾ ਵੇਲਾ, ਉਹ ਵੇਲਾ, ਸੋ ਮੂਰਤ, ਉਹ ਮੂਰਤ, ਸਾ ਘੜੀ। ਇੱਥੇ ਘੜੀ ਜਿਹੜਾ ਹੈ ਉਹ ਇਸਤਰੀਵਾਚਕ ਹੈ, ਫੈਮਿਨਾਈਨ ਹੈ। ਇਸ ਨਾਲ ਜਨਰਲੀ ਸਾ ਫੈਮਿਨਾਈਨ ਨਾਲ ਲੱਗਦਾ। ਸਾ ਵੇਲਾ ਜੇ ਲੱਗਿਆ, ਕਿਤੇ ਕਿਤੇ ਲੱਗਿਆ ਕਵਣ ਸੋ ਵੇਲਾ 'ਚ ਸਾਹ ਨਹੀਂ ਲੱਗਿਆ, ਉਹ ਸੋ ਲੱਗਿਆ। ਸੋ ਇਹ ਵੀ ਲੱਗਦਾ ਕਿਤੇ ਨਾ ਕਿਤੇ ਮਾਤਰਾਵਾਂ ਦਾ ਵਧਾ ਘਟਾ ਹੈ। ਪਰ ਆਪਾਂ ਸਾ ਔਰ ਸੋ ਜੋ ਹੈ ਔਰ ਸੇ ਉਹਨਾਂ ਦੇ ਬਾਰੇ ਬੇਸਿਕ ਜੀ ਜਾਣਕਾਰੀ ਲਈ ਹੈ। ਕਵਣ ਸੇ ਰੁੱਤੀ ਮਹਾਕਵਣ, ਜਿਹੜਾ ਸੇ ਸ਼ਬਦ ਹੈ ਇੱਥੇ, ਇਹ ਕਵਣ ਸ਼ਬਦ ਇੱਕੇ ਵਾਰ ਆਉਂਦਾ ਪੂਰੀ ਗੁਰਬਾਣੀ 'ਚ, ਨਹੀਂ ਇਹ ਜਨਰਲੀ ਔਂਕੜ ਨਾਲ ਆਉਂਦਾ। ਇੱਥੇ ਸਿਰਫ ਇਹਨੂੰ ਆਪਾਂ ਦੇਖ ਰਹੇ ਹਾਂ ਕਿ ਇਹ ਸਿਹਾਰੀ ਨਾਲ ਲਿਖਿਆ ਹੋਇਆ ਹੈ। ਸੋ ਇਹ ਸੇ ਤਾਂ ਲੱਗ ਰਿਹਾ ਕਿਉਂਕਿ ਰੁੱਤੀ ਕਰਕੇ ਸੇ ਸਿਹਾਰੀ ਵਾਲਾ ਲੱਗ ਰਿਹਾ।
ਸੋ ਇਹ ਨੇਮ ਜੇ ਹਨ ਉਹ ਆਪਾਂ ਜਦੋਂ ਲਿਖੀ ਹੋਈ ਬਾਣੀ ਆ ਉਹਦੇ ਚੋਂ ਸਮਝਦੇ ਹਾਂ, ਪਤਾ ਲੱਗਦਾ ਕਿ ਸੇਜ ਜਨਰਲੀ ਲੱਗਦਾ ਹੈ ਕਿਸੇ ਫੈਮਿਨਾਈਨ ਵਰਡ ਨਾਲ, ਸੋ ਲੱਗਦਾ ਹੈਗਾ ਕਿਸੇ ਮੈਸਕੁਲਾਈਨ ਵਰਡ ਨਾਲ। ਹੁਣ ਸੋ ਕਿਉ ਮੰਦਾ ਆਖੀਏ, ਇਹਦੇ ਚਾਰੇ ਅੱਖਰ ਨੇ। ਸੋ ਕਿਉਂ ਇੱਕ ਕੰਬੀਨੇਸ਼ਨ ਹੈ, ਗੁਰਬਾਣੀ ਵਿੱਚ 29 ਵਾਰ ਆਉਂਦੀ ਹੈ। ਇਹਦੇ ਵਿੱਚ ਜਨਰਲੀ ਜੋ ਆਉਂਦਾ ਸੋ ਕਿਉ ਮਨੋ ਵਿਸਾਰੀ ਹੈ, ਮਨ ਨਾਲ ਰਿਲੇਟ ਕਰਦੇ ਆ ਜਨਰਲੀ ਜਦੋਂ ਸੋ ਕਿਉਂ ਲਿਖਿਆ ਜਾਂਦਾ 29 ਵਾਰ। ਤੇ ਉਹਦੇ ਚੋਂ 7 ਵਾਰ ਤਾਂ ਸੋ ਕਿਉ ਮਨੋ ਵਿਸਾਰੀਏ, ਸੋ ਕਿਉ ਮਨੋ ਵਿਸਾਰੀਏ ਹੀ ਆ ਰਿਹਾ। ਤੇ ਮਨੋ ਦਾ ਅਰਥ ਹੈ ਮਨ ਵਿੱਚ। ਮਨ ਵਿੱਚ ਕੌਣ ਹੈ? ਅਗਮ ਰੂਪ ਕਾ ਮਨ ਮੈਂ ਥਾਨਾ। ਜਿਹੜਾ ਮਨ ਵਿੱਚ ਹੈ ਉਹ ਮਨ ਦਾ ਮੂਲ ਹੈ, ਉਹ ਬ੍ਰਹਮ ਹੈ। ਸੋ ਇਹ ਬ੍ਰਹਮ ਦੇ ਬਾਰੇ ਆ ਰਿਹਾ। ਇੱਥੋਂ ਇਸ ਤਰ੍ਹਾਂ ਲੱਗਦਾ ਸੋ ਕਿਉਂ ਵਿਸਰੈ ਮੇਰੀ ਮਾਏ, ਉਹ ਕਦੇ ਵੀ ਨਹੀਂ ਵਿਸਰਨਾ ਚਾਹੀਦਾ। ਇਹ ਵੀ ਗੱਲ ਜੋ ਮਨ ਹੈ ਉਹ ਬੁੱਧੀ ਨੂੰ ਸੰਬੋਧਿਤ ਹੋ ਕੇ ਕਹਿ ਰਿਹਾ ਕਿ ਜਿਹੜਾ ਮੂਲ ਹੈ ਇਸ ਦੇ ਨਾਲ ਹਮੇਸ਼ਾ ਆਪਣਾ ਸੰਪਰਕ ਰਹਿਣਾ ਚਾਹੀਦਾ। ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ। ਇਹ ਸਾਰੀਆਂ ਜੋ ਆਪਾਂ ਪੰਕਤੀਆਂ ਕਰ ਰਹੇ ਹਾਂ 7 ਵਾਰ ਸੋ ਕਿਉਂ ਮਨੋ ਵਿਸਾਰੀਏ, ਸੋ ਕਿਉਂ ਵਵੇ ਨਾਲ ਆਉਂਦਾ, ਸੋ ਕਿਉਂ ਬੱਬੇ ਨਾਲ ਆਉਂਦਾ। ਇਹ 7 5 12 ਤੇ 18 ਵਾਰ ਇਸੇ ਸੈਂਸ ਚ ਆਉਂਦਾ। ਤੇ ਇੱਕ ਜਗ੍ਹਾ ਹੁੰਦਾ ਸੋ ਕਿਉਂ ਅੰਧਾ ਆਖੀਐ, ਜੇ ਹੁਕਮੇ ਅੰਧਾ ਹੋਈ, ਨਾਨਕ ਹੁਕਮ ਨਾ ਬੁਝਈ, ਅੰਧਾ ਕਹੀਏ ਸੋਈ। ਉਹ ਕਹਿੰਦੇ ਕਿ ਹੁਕਮ ਨਾਲ ਬਹੁਤਾਂ ਦੇ ਨੇਤਰ ਜਿਹੜੇ ਹਨ, ਆਈਜ਼ ਕੰਮ ਨਹੀਂ ਕਰਦੀਆਂ। ਗੁਰਮਤਿ ਕਹਿੰਦੇ ਉਹਨਾਂ ਨੂੰ ਅੰਨਾ ਕਹਿਣਾ ਜ਼ਰੂਰੀ ਨਹੀਂ ਹੈ, ਉਹਨਾਂ ਤੋਂ ਅੱਗੇ ਵੀ ਹਨ ਅੰਨੇ, ਜਿਹੜੇ ਕਿ ਬ੍ਰਹਮ ਗਿਆਨ ਤੋਂ ਸੱਖਣੇ ਹਨ, ਉਹਨਾਂ ਨੂੰ ਅੰਨਾ ਕਹਿਣਾ ਚਾਹੀਦਾ, ਨਾ ਕਿ ਜਿਨ੍ਹਾਂ ਦੇ ਨੇਤਰ ਨਹੀਂ ਹਨ। ਇੱਥੋਂ ਪਤਾ ਲੱਗਦਾ ਹੈ ਕਿ ਨੇਤਰ ਜੋ ਹੈ ਉਹ ਬੁੱਧੀ ਦੀ ਸੈਂਸ ਗੁਰਬਾਣੀ ਵਿੱਚ ਵਰਤੇ ਨੇ, ਅੱਖਾਂ ਲਈ ਵੀ ਵਰਤੇ ਜਾਂਦੇ ਨੇ, ਪਰ ਜਨਰਲੀ ਇਹ ਐਸੈਂਸ਼ੀਐਂਟ ਜਾਂ ਨਿਰਾਕਾਰੀ ਪੱਧਰ ਤੇ ਹੀ ਅਰਥ ਦਿੰਦੇ ਹਨ। ਨਾਨਕ ਹੁਕਮ ਨਾ ਬੁੱਝੇ ਹੀ, ਬੁੱਝਣਾ ਬੁੱਧੀ ਦਾ ਕੰਮ ਹੁੰਦਾ। ਜਿਹਦੀ ਬੁੱਧੀ ਨੇ ਹੁਕਮ ਨਹੀਂ ਬੁੱਝਿਆ ਉਹਨੂੰ ਅੰਨਾ ਕਹਿਣਾ ਚਾਹੀਦਾ ਜੀਵ ਨੂੰ। ਸੋ ਗੱਲ ਜੋ ਜੇ ਆਪਾਂ ਬੁੱਧੀ ਦੀ ਕਰਦੇ ਹਾਂ, ਪਰ ਬੁੱਧੀ ਬ੍ਰਹਮ ਦਾ ਹਿੱਸਾ ਹੈ, ਬੁੱਧੀ ਜਾਤ ਦਾ ਹਿੱਸਾ ਨਹੀਂ ਹੈ, ਬੁੱਧੀ ਜੋਤ ਦਾ ਹਿੱਸਾ ਹੈ। ਜਿੱਥੇ ਵੀ ਭਗਤਾਂ ਨੇ ਅਕਲੀ ਸਾਹਿਬ ਸੇਵੀਏ, ਉੱਥੇ ਇਹ ਨਹੀਂ ਕਿਹਾ ਹੋਇਆ ਕਿ ਔਰਤ ਨੂੰ ਹੀ ਸਾਹਿਬ ਸੇਵਣਾ ਚਾਹੀਦਾ। ਜਿਹੜੀ ਬ੍ਰਹਮ ਦੇ ਵਿੱਚ ਅਕਲ ਹੈ ਉਹਦੀ ਗੱਲ ਹੋ ਰਹੀ ਹੈ, ਉਹਦਾ ਆਪਾਂ ਹੋਰ ਪੱਖ ਵੀ ਲਵਾਂਗੇ। ਇਸ ਗੱਲ ਨੂੰ ਆਪਾਂ ਪ੍ਰਮੁੱਖ ਰੱਖ ਕੇ ਚੱਲਾਂਗੇ ਕਿ ਜਿੰਨੇ ਵੀ ਸ਼ਲੋਕ ਦਰਜ ਹਨ ਉਹ ਇਸ ਤਰੀਕੇ ਨਾਲ ਇਕੱਠੇ ਬੰਨੇ ਹੋਏ ਹਨ ਕਿ ਉਹ ਉਸੇ ਪ੍ਰਕਰਨ ਨਾਲ ਸੰਬੰਧਿਤ ਹਨ। ਸੋ ਜਿਹੜਾ ਪਿਛਲਾ ਸ਼ਲੋਕ ਹੈ ਉਹ ਆਪਾਂ ਦੇਖ ਲੈਂਦੇ ਹਾਂ, ਕਿਉਂਕਿ ਜਿਹੜਾ ਆਪਾਂ ਹੁਣ ਕਰ ਰਹੇ ਹਾਂ ਦੂਸਰਾ ਹੈ। ਉੱਥੇ ਕੋਈ ਜਿਹੜੀ ਗੱਲ ਹੈ ਆਪਾਂ ਇਹ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਪਹਿਲਾ ਸੁੱਚਾ ਆਪ ਹੋਏ, ਕੋਈ ਸੁੱਚਾ ਹੋਣ ਦਾ ਦਾਵਾ ਕਰ ਰਿਹਾ, ਪਰ ਗੁਰੂ ਨਾਨਕ ਜੀ ਨੇ ਉਸ ਸੁੱਚ ਨੂੰ ਠੁਕਰਾਇਆ ਹੈ, ਉਸ ਸੁੱਚ ਤੇ ਟਿੱਪਣੀ ਕੀਤੀ ਹੈ ਕਿ ਉਹ ਸਿਰਫ ਸਰੀਰਿਕ ਸੁੱਚ ਹੈ, ਜਦਕਿ ਸੁੱਚ ਜੋ ਗੁਰਬਾਣੀ 'ਚ ਹੈਗੀ ਹੈ ਉਹ ਹੈ ਮਨ ਦੀ ਪਵਿੱਤਰਤਾ, ਮਨ ਦੀ ਜੋ ਭਰਮ ਨੂੰ ਮਨ ਨੇ ਕਾਬੂ ਪਾਉਣਾ ਜਾਂ ਭਰਮ ਦੇ ਬਾਰੇ ਜਾਣ ਕੇ ਜਾਂ ਭਰਮ ਹੋਣਾ, ਇਹ ਸੁੱਚਤਾ ਜੀਵ ਵਾਸਤੇ ਹੈਗੀ ਹੈ। ਸਰੀਰ ਵਾਸਤੇ ਕੋਈ ਸੁੱਚਾ ਨਹੀਂ ਹੈ, ਸਰੀਰ ਵਾਸਤੇ ਸਫਾਈ ਹੁੰਦੀ ਹੈ। ਉਹ ਸੁੱਚਾ ਹੋਏ ਕਿ ਜਿਹਵੇਂ ਲੱਗਾ ਪੜਨ ਸ਼ਲੋਕ, ਇਸ ਨੂੰ ਆਪਾਂ ਪ੍ਰਮੁੱਖ ਰੱਖਾਂਗੇ ਕਿ ਜਿਵੇਂ ਹੁੰਦਾ ਕਿ ਉਹ ਖਾਣ ਲੱਗਿਆ, ਉਸਨੇ ਜੋ ਭੋਜਨ ਬਣਿਆ ਸੀ ਉਹ ਛਕ ਲਿਆ ਜਾਂ ਉਹਨੂੰ ਖਾ ਲਿਆ, ਆਪਣੇ ਢਿੱਡ ਵਿੱਚ ਪਾ ਲਿਆ, ਤੇ ਢਿੱਡ ਦੀ ਤਾਂ ਭੁੱਖ ਪੂਰੀ ਹੋ ਗਈ, ਢਿੱਡ ਦੀ ਜੋ ਲੋੜ ਸੀ ਉਹ ਤਾਂ ਪੂਰੀ ਹੋ ਗਈ। ਫਿਰ ਉਹ ਸ਼ਲੋਕ ਪੜ੍ਹਦਾ, ਇਹ ਦਿਖਾਵਾ ਹੋ ਰਿਹਾ ਹੈ, ਕਿਉਂਕਿ ਜਿਹਨੂੰ ਉਹ ਦੇਵਤਾ ਕਹਿ ਕੇ ਦੱਸ ਰਿਹਾ ਸੀ ਉਹ ਦੇਵਤੇ ਦੀ ਅੱਗੇ ਜੋ ਪੇਟ ਨਾਲ ਮਿਲ ਕੇ ਉਹਦੀ ਫਾਰਮ ਬਦਲ ਜਾਂਦੀ ਹੈ, ਔਰ ਉਹ ਇਸ ਤਰ੍ਹਾਂ ਦੀ ਫਾਰਮ 'ਚ ਅੱਗੇ ਚਲੇ ਜਾਂਦਾ ਹੈ ਕਿ ਉਹਦੇ ਤੇ ਥੁੱਕਾਂ ਪੈਂਦੀਆਂ ਨੇ। ਜੇ ਆਪਾਂ ਉਸ ਫਾਰਮ ਨੂੰ ਦੇਖ ਲਈਏ ਤੇ ਉਸ ਫਾਰਮ 'ਚ ਆਪਾਂ ਉਹ ਜਿਹੜੀ ਦੇਵਤਾ ਮੰਨੀ ਹੋਈ ਸੀ ਉਹਦੀ ਚਾਹੇ ਉਲਟੀ ਆ ਜਾਵੇ ਜਾਂ ਉਹਦੀ ਬਿਸ਼ਟਾ ਬਣ ਜਾਵੇ, ਦੋਹਾਂ ਤੇ ਥੁੱਕਾਂ ਪੈਂਦੀਆਂ। ਇਹ ਸੁਭਾਵ ਹੈ ਸਾਡਾ। ਤੇ ਉਸ ਨੂੰ ਐਕਸਪਲੇਨ ਕਰ ਰਹੇ ਹਨ ਕਿ ਉਹ ਜੋ ਇਸ ਤਰ੍ਹਾਂ ਦਾ ਭੁਲੇਖਾ ਪਾਏਗਾ ਸਰੀਰ ਦੀ ਸਫਾਈ ਦਾ ਸੁੱਚ ਨਾਲ, ਉਹਨੂੰ ਨਾਵੇਂ ਦਾ ਗਿਆਨ ਨਹੀਂ ਹੈ। ਜੇ ਨਾਵੇਂ ਦਾ ਉਹਦੇ ਕੋਲ ਕੋਈ ਸੋਰਸ ਹੁੰਦਾ, ਕੋਈ ਜ਼ਰੀਆ ਹੁੰਦਾ, ਫਿਰ ਉਹ ਉਸਨੂੰ
ਸੁੱਚਾ ਹੋਣਾ ਜਾਂ ਭੋਗ ਨਾ ਕਹਿੰਦਾ। ਜਿਹੜੇ ਕਹਿਣਗੇ ਉਹ ਵੇਦ ਮੱਤ ਤੋਂ ਦੂਰ ਹਨ, ਔਰ ਜਿਹੜੇ ਵੇਦ ਮੱਤ ਤੋਂ ਦੂਰ ਹਨ ਉਹਨਾਂ ਤੇ ਥੁੱਕਾਂ ਪੈਂਦੀਆਂ, ਜਿਵੇਂ ਇੱਥੇ ਉਸ ਵਿਸ਼ਟਾ ਤੇ ਪੈਂਦੀਆਂ। ਅੱਗੇ ਜਾ ਕੇ ਇੱਕ ਸਿਰਫ ਦੱਸਿਆ ਕਿ ਉਹਨਾਂ ਵਾਸਤੇ ਕੋਈ ਆਦਰ ਨਹੀਂ ਮਿਲਣਾ ਅੱਗੇ। ਸੋ ਅਸੀਂ ਇਸ ਗੱਲ ਨੂੰ ਸਮਝੀਏ ਕਿ ਇਹ ਕਿਸੇ ਧਾਰਮਿਕ ਆਗੂ ਦੀ ਗੱਲ ਹੋ ਰਹੀ ਹੈ। ਧਾਰਮਿਕ ਆਗੂ ਨੂੰ ਧਰਮ ਦਾ ਗਿਆਨ ਹੋਣਾ ਜ਼ਰੂਰੀ ਹੈ। ਜੇ ਉਹ ਭਰਮ ਪਾ ਰਿਹਾ ਤਾਂ ਇਹ ਗੱਲ ਜੋ ਹੈ ਉਹ ਠੀਕ ਨਹੀਂ ਹੈ। ਹੁਣ ਧਾਰਮਿਕ ਆਗੂ ਦੀ ਦਸ਼ਾ ਕਹੀ ਜੀ ਹੋਣੀ ਚਾਹੀਦੀ ਹੈ, ਔਰ ਜੇ ਨਹੀਂ ਹੁੰਦੀ ਕੀ ਹੁੰਦਾ? ਇਸ ਬਾਰੇ ਕਬੀਰ ਜੀ ਨੇ ਉਸ ਤੋਂ ਪਹਿਲਾਂ ਇੱਕ ਸ਼ਲੋਕ ਦਰਜ ਕੀਤਾ, ਉਹਦੀ ਹੋਈ ਵਿਆਖਿਆ ਲੱਗ ਰਿਹਾ ਕਿ ਇਸ ਜੋ 9ਵੀਂ 19ਵੀਂ ਪੌੜੀ ਆਪਾਂ ਕਰ ਰਹੇ ਹਾਂ ਵਿਚਾਰ, ਉਹਦੇ ਵਿੱਚ ਇਹੀ ਗੱਲ ਆਪਾਂ ਨੂੰ ਸਾਹਮਣੇ ਆਏਗੀ। ਇਹ ਸ਼ਬਦ ਹੈਗਾ ਬਸੰਤ ਰਾਗ ਦਾ, 4 ਇਹਦੇ ਬੰਦ ਹਨ, ਇੱਕ ਰਹਾਉ ਹੈ। ਸੁਰਹਿ ਕੀ ਜੈਸੀ ਤੇਰੀ ਚਾਲ। ਹੁਣ ਸੁਰਹਿ ਦੇ ਜੋ ਮੀਨਿੰਗ ਹਨ ਉਹ ਨੇੜੇ ਤੇੜੇ ਹੋਏ ਜਾਂਦੇ ਆ। ਕੋਈ ਇਹਨੂੰ ਸ਼ਾਇਦ ਬਿੱਲੀ ਸਮਝਦਾ ਹੈ, ਕਿਸੇ ਨੇ ਇਸ ਦੇ ਅਰਥ ਗਊ ਦੇ ਕੀਤੇ ਹਨ, ਪਰ ਉਹ ਗੱਲ ਬੁੱਧੀ ਤੇ ਆ ਕੇ ਰੁਕੇਗੀ, ਸਰੀਰ ਦੀ ਗੱਲ ਨਹੀਂ ਹੋ ਰਹੀ। ਗਊ ਜੋ ਹੈ ਉਹ ਚਰਦੀ ਹੈ, ਚਰ ਕੇ ਦੁੱਧ ਦਿੰਦੀ ਹੈ, ਉਸ ਦੁੱਧ ਨਾਲ ਉਹਦਾ ਜਿਹੜਾ ਮਨ ਹੈ, ਵਛੜਾ ਜਿਹਨੂੰ ਦੱਸਿਆ, ਉਹ ਤ੍ਰਿਪਤ ਹੁੰਦਾ। ਇਸ ਤਰ੍ਹਾਂ ਦੀ ਗੱਲ ਹੈ। ਕੋਈ ਆਪਾਂ ਬਾਹਰ ਜਿਵੇਂ ਅੱਜ ਕੱਲ੍ਹ ਵੀ ਬੜਾ ਪ੍ਰਚਾਰ ਹੁੰਦਾ ਕਿ ਗਊ ਮੂਤਰ ਆ, ਉਹ ਗਊ ਦੇ ਅਰਥ ਜੇ ਹਨ ਉਹ ਨਹੀਂ ਹਨ। ਉਹ ਟੀਕਾਕਾਰਾਂ ਨੇ ਸਾਡਿਆਂ ਨੇ ਵੀ ਉਸ ਗਊ ਨੂੰ ਉਹੀ ਸਮਝਿਆ ਹੋਇਆ ਜੋ ਅੱਜ ਕੱਲ੍ਹ ਪ੍ਰਚਾਰ ਹੋ ਰਿਹਾ। ਇਹ ਬੁੱਧੀ ਦੀ ਗੱਲ ਹੈ। ਉਹ ਜਿਹੜੀ ਸੁਰਚ ਹੈ ਬੁੱਧੀ, ਉਹਦੇ ਕੋਲ ਕੋਈ ਚਾਲ ਹੋਣੀ ਚਾਹੀਦੀ ਹੈ। ਉਸ ਤੋਂ ਪਹਿਲਾਂ ਕਬੀਰ ਜੀ ਨੇ ਜੋ ਉਹਨਾਂ ਦੇ 7 ਵਾਰ ਹਨ, ਜਿਹਦੇ ਚ ਕਿ ਸੰਡੇ ਆਪਾਂ ਆਦਿਤ ਕਹਿੰਦੇ ਆ। ਆਦਿਤ, ਆਦ ਜਿੱਥੋਂ ਸ਼ੁਰੂ ਹੋਇਆ ਕੰਮ, ਵਾਰ ਸ਼ੁਰੂ ਹੋਏ ਆ, ਆਦ ਸੱਚ ਤੋਂ ਸ਼ੁਰੂ ਹੋਏ ਨੇ, ਉਹਨੂੰ ਉਹਨਾਂ ਨੇ ਆਦਿਤ ਲਿਖਿਆ। ਸੋ ਉਹਦੇ ਵਿੱਚ ਇਹ ਆਪਾਂ ਨੂੰ ਦਰਜ ਮਿਲਦਾ ਹੈ, ਐਹਨਿਸ ਅਖੰਡ ਸੁਰਹੀ ਜਾਏ। ਜਾਏ ਦਾ ਮਤਲਬ ਉਹਦਾ ਅਲਟੀਮੇਟ ਰਿਜ਼ਲਟ ਕੀ ਹੈ, ਵੀ ਕਿੱਥੇ ਜਾ ਕੇ ਉਹ ਕੀ ਉਹਨੂੰ ਮਿਲਦਾ। ਉਹ ਕਹਿੰਦੇ ਜਦੋਂ ਅਖੰਡ ਰਹਿੰਦੀ ਹੈ ਸੁਰਤ ਤਾਂ ਉਹ ਸੁਰਹੀ ਹੈ। ਉਹੀ ਇੱਥੇ ਸੁਰ ਹੈ ਕਾ ਉਹਨਾਂ ਨੇ ਆਪਣਾ ਕਿਉਂਕਿ ਉਹਨਾਂ ਦੀ ਉਹ ਬਾਣੀ ਹੈ, ਉਹਨਾਂ ਨੇ ਇਹ ਸੁਰ ਹੈ ਇੱਥੇ ਵਰਤ ਲਿਆ। ਪਰ ਸੁਰ ਹੈ ਕੀ ਹੋ ਗਿਆ? ਉਹ ਸੁਰਹੀ ਦੀ ਉਹ ਗੱਲ ਹੋ ਰਹੀ ਹੈ ਕਿ ਜਿਨ੍ਹਾਂ ਦੀ ਸੁਰਤ ਅਖੰਡ ਹੈ ਉਹ ਕੀ ਕਰਦੇ ਨੇ। ਤੇਰੀ ਪੁੰਛਟ ਉੱਪਰ, ਉਹਨਾਂ ਦੀ ਚਾਲ ਕਹੀ ਜੀ ਹੈ, ਭਗਤਾਂ ਕੀ ਚਾਲ ਨਿਰਾਲੀ। ਹੁਣ ਭਗਤ ਦੀ ਜਿਹੜੀ ਬੁੱਧੀ ਹੈ ਉਹ ਸੁਰਹੀ ਹੈ। ਉਹ ਸੁਰਹੀ ਕੀ ਚਾਲ ਹੈ, ਸੁਗੰਧਿਤ ਕਹਿੰਦੇ ਆ ਉਹਨੂੰ ਅਸੀਂ ਸੁਰਹੀ ਨੂੰ। ਸੁਰ ਚ ਹੈ ਤੇ ਉਹ ਤਾਲ ਚ ਵੀ ਹੈ। ਉਹਦੀ ਚਾਲ ਕੀ ਹੈ? ਤੇਰੀ ਪੁੰਛਟ ਉੱਪਰ ਝੁਮਕ ਬਾਲ। ਹੁਣ ਕਿ ਤੇਰੀ ਜੋ ਗੱਲਬਾਤ ਹੈਗੀ ਹੈ, ਜਿਵੇਂ ਗਊ ਦੀ ਪੂੰਛ ਦਿਖਾਈ ਹੈ, ਉਹਦਾ ਇੱਕ ਪਰਪਸ ਹੁੰਦਾ, ਉਹਨੂੰ ਜਿਹੜੀ ਕੋਈ ਇਨਸੈਕਟਸ ਵਗੈਰਾ ਤੰਗ ਕਰਦੇ ਆ, ਉਹਨਾਂ ਤੋਂ ਉਹਦੀ ਪ੍ਰੋਟੈਕਸ਼ਨ ਕਰਦੀ ਹੈ ਕਿ ਜਿਹੜੀ ਬਾਹਰਲੀ ਚੀਜ਼ ਉਹਦੇ ਪਰ ਆ ਕੇ ਬਹਿਣਾ ਚਾਹੁੰਦੀ ਹੈ ਉਹਨੂੰ ਉਹ ਉਹਦੇ ਨਾਲ ਦੂਰ ਕਰ ਦਿੰਦੀ ਹੈ। ਉਹਦੇ ਲਈ ਬਾਲ ਵੀ ਹੈ ਉਹਦੇ ਤੇ। ਇਹ ਤਾਂ ਇੱਕ ਜਨਰਲ ਗੱਲ ਹੈ। ਪਰ ਜਿਹੜੀ ਨਿਰਾਕਾਰੀ ਗੱਲ ਹੈ ਕਿ ਉਹ ਜਿਹੜੀ ਬੁੱਧੀ ਹੈ ਜਿਹਨੇ ਵਿਕਾਰ ਦੂਰ ਰੱਖਣੇ ਨੇ, ਉਹਦੇ ਅੰਦਰ ਝਮਕ ਹੋਵੇ ਗਿਆਨ ਦੀ। ਜਿਵੇਂ ਬਾਲ ਹੈਲਪ ਕਰਦੇ ਆ ਉੱਥੇ ਕਿਸੇ ਇਨਸੈਕਟ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਉੱਪਰੋਂ ਬੈਠਣ ਨੂੰ। ਆਪਾਂ ਦੇਖਿਆ ਗਾਂ ਜਿਹੜੀ ਹੈਗੀ ਆ ਉਹ ਪੂੰਛ ਨਾਲ ਜੇ ਕੋਈ ਉਹਦੇ ਤੇ ਬਰਡ ਵੀ ਬਹਿ ਜਾਵੇ ਉਹਨੂੰ ਉਡਾ ਸਕਦੀ ਹੈ। ਕਹਿਣ ਦਾ ਭਾਵ ਜੇ ਕੋਈ ਚੀਜ਼ ਉਹਦੇ ਵਾਸਤੇ ਹਿੰਡਰੈਂਸ ਬਣੀ ਹੋਈ ਹੈ ਉਹਨੂੰ ਉਹ ਯੂਜ਼ ਕਰਦੀ ਹੈ। ਪਰ ਇਹ ਜਦੋਂ ਗੁਰਮਤਿ ਚ ਗੱਲ ਜਾਏਗੀ ਵੀ ਤੇਰੀ ਬੁੱਧੀ ਹੈ ਜਿਹੜੀ, ਉਹਦੇ ਉੱਪਰ ਉਹਦੇ ਵਿੱਚੋਂ ਝਮਕ ਨਿਕਲਣੀ ਚਾਹੀਦੀ ਹੈ, ਕੋਈ ਵਿਵੇਕ ਦੀ ਗੱਲ ਨਿਕਲਣੀ ਚਾਹੀਦੀ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਏ। ਵਿਵੇਕ ਕਿੱਥੋਂ ਪੈਦਾ ਹੁੰਦਾ? ਇਹ ਵਿਵੇਕ ਸਾਡੇ ਅੰਦਰ ਹੈ। ਘਰ ਮੈਂ ਹੈ, ਇਹ ਭੰਡ ਚ ਹੈ। ਘਰ ਮੈਂ ਕਹਿ ਦੋ ਤੇ ਭੰਡ ਸਿਆਰੀ ਵਾਲਾ ਲਿਖ ਦੋ, ਇੱਕੇ ਗੱਲ ਹੈ। ਉਹ ਇੱਕੇ ਫਾਰਮ ਚ ਆਉਂਦੇ ਨੇ। ਸੋ ਤੂੰ ਢੂੰਡੀ ਖਾਏ। ਹੁਣ ਢੂੰਡ ਖਾਏ ਲਿਖਿਆ ਹੈ, ਕਿਉਂ ਲਿਖਿਆ ਹੈ? ਕਿਉਂਕਿ ਢੂੰਡ ਦਾ ਅਰਥ ਵੀ ਤਲਾਸ਼ ਹੀ ਹੈ। ਭੰਡ ਮੂਆ ਜਦ ਆਪਾਂ ਕਹਿੰਦੇ ਭੰਡ ਭਾਲੀ ਹੈ। ਹੁਣ ਭਾਲੀਏ ਜੋ ਹੈਗਾ ਉਹ ਹਿਰਦੇ ਦੇ ਵਿੱਚੋਂ ਹੀ ਭਾਲਣਾ, ਘਰ ਦੇ ਵਿੱਚੋਂ ਹੀ ਭਾਲਣਾ। ਢੂੰਡ ਤਲਾਸ਼ ਇਹਦੇ ਅਰਥ ਭਾਲਦੇ ਹੀ ਹੋਏ ਆ। ਭਾਲੀਏ ਦਾ ਮਤਲਬ ਢੂੰਡਣਾ, ਤਲਾਸ਼ ਹੈ।
ਇੱਥੇ ਕਬੀਰ ਜੀ ਨੇ ਲਿਖਿਆ ਇਸ ਘਰ में है सो तू ढूंढी खाए। ਉਹ ਢੂੰਡਣਾ ਪੈਂਦਾ, ਢੂੰਡਣਾ ਬੁੱਧੀ ਦਾ ਕੰਮ ਹੁੰਦਾ, ਉੱਥੋਂ ਫਿਰ ਉਹ ਸੁਗੰਧ ਪੈਦਾ ਹੁੰਦੀ ਬੁੱਧੀ 'ਚ। ਔਰ ਕਿਸੇ ਕੇ ਮਤੂ ਚਾਹੇ ਹੋਰ ਕਿਹੜੀ ਜਗ੍ਹਾ ਤੈਨੂੰ ਜਾਣ ਦੀ, ਦੂਸਰੀ ਜਗ੍ਹਾ ਤੇਰੀ ਤ੍ਰਿਕੁਟੀ ਹੈ, ਜੇ ਤੂੰ ਕਿਤੇ ਹੋਰ ਜਾਏਂਗੀ ਉਹਦੇ ਨਾਲ ਤੈਨੂੰ ਉਹ ਖੁਸ਼ਬੂ ਤੋਂ ਵਾਂਝੇ ਰਹਿਣਾ ਪਏਗਾ, ਉੱਥੇ ਤਾਂ ਤੈਨੂੰ ਹੰਕਾਰ ਦੀ ਬਦਬੂ ਆਏਗੀ। ਸੋ ਸੁਰਹਿ 'ਚ ਰਹਿਣ ਲਈ, ਸੁਰ 'ਚ ਰਹਿਣ ਲਈ ਇਹ ਜ਼ਰੂਰੀ ਹੈ ਕਿ ਹਿਰਦੇ ਵਿੱਚ ਸੁਰਤ ਟਿਕੀ ਰਹੇ। ਚਾਕੀ ਝੱਟ ਹੈ, ਹੁਣ ਹਿਰਦੇ ਵਿੱਚ ਕੀ ਹੈਗਾ ਕਿ ਜਿਹੜੀ ਬੁੱਧੀ ਹੈ ਉਹ ਗਿਆਨ ਨੂੰ ਵਿਚਾਰਦੀ ਹੈ ਤਾਂ ਪੀਸਦੀ ਹੈ। ਹੁਣ ਪੀਸ ਦਾ ਸਟੈਂਡਰਡ ਕੀ ਹੈ? ਆਪਾਂ ਕਦੇ ਵੀ ਕੋਈ ਸਬਜ਼ੀ ਵੀ ਬਣਾਉਂਦੇ ਆ ਤਾਂ ਉਹ ਥੋੜਾ ਜਿਹਾ ਆਪਾਂ ਉਹਦਾ ਨੂਣ ਦਾ ਲੈਵਲ ਚਖਣ ਲਈ ਆਪਾਂ ਚੱਟਦੇ ਆ ਉਹਨੂੰ, ਤਾਂ ਕਿ ਸਾਨੂੰ ਪਤਾ ਲੱਗ ਜਾਂਦਾ ਵੀ ਚੀਜ਼ ਕਿਹੜੀ ਘੱਟ ਹੈ, ਮਸਾਲਾ ਘੱਟ ਹੈ, ਖਟਿਆਈ ਘੱਟ ਹੈ, ਜੋ ਵੀ ਹੈ। ਜਿਹੜੇ ਚੱਕੀਆਂ ਚਲਾਉਂਦੇ ਸੀ ਉਹਨਾਂ ਨੂੰ ਇਸ ਗੱਲ ਦਾ ਇਲਮ ਹੁੰਦਾ ਸੀ ਕਿ ਆਟਾ ਇਸੇ ਰੋਟੀ ਦਾ ਬਣਨਾ, ਜੇ ਮੋਟਾ ਹੋਇਆ ਆਟਾ ਰੋਟੀ ਨਹੀਂ ਬਣੀ। ਉਹਨੂੰ ਜਦੋਂ ਚੱਟਦੇ ਆ ਉਹਨਾਂ ਨੂੰ ਉਹਦੀ ਗ੍ਰੇਨ ਦਾ ਸਾਈਜ਼ ਪਤਾ ਲੱਗਦਾ, ਕਿਉਂਕਿ ਚੱਕੀ ਨੇ ਤਾਂ ਗ੍ਰੇਨ ਨੂੰ ਛੋਟਾ ਕਰਨਾ। ਕਿੰਨਾ ਛੋਟਾ ਕਰਨਾ? ਜਿੰਨਾ ਗੈਪ ਹੈ ਉਹਦੇ ਨਾਲ ਚੱਲਦਾ। ਪਰ ਇੱਕ ਚਾਕੀ ਜਦੋਂ ਤੁਸੀਂ ਚਲਾ ਕੇ ਹਟਦੇ ਆ, ਇੱਕ ਚਾਕੀ ਦਾ ਚੀਥੜਾ ਰਹਿ ਜਾਂਦਾ ਜਿਹਦੇ ਨਾਲ ਅਖੀਰ 'ਚ ਸਾਫ਼ ਕਰ ਦਿੰਦੇ ਆ, ਕਿਉਂਕਿ ਘਰ ਦੇ ਜਿਹੜੇ ਜਾਨਵਰ ਆ ਉਹ ਚੱਕੀ ਚੱਟਣ, ਜੇ ਉਹਦੇ 'ਚ ਕੁਛ ਹੋਵੇ ਤਾਂ ਚਟਕੀ ਚੱਟਦੇ ਆ, ਜੇ ਉਹ ਸਾਫ਼ ਹੋਵੇ ਫਿਰ ਉਹ ਠੀਕ ਹੈ। ਉਹ ਅਖੀਰ ਵਿੱਚ ਸਫਾਈ ਕਰਕੇ ਜੋ ਆਟਾ ਹੈ ਉਹ ਲੈ ਜਾਂਦੇ ਆ। ਪਰ ਉਹ ਕਹਿੰਦੇ ਕਿ ਚਾਕੀ ਚਾਟੇ ਚੂਨ ਖਾਏ ਵਾਲੀ ਗੱਲ ਤਾਂ ਭਗਤਾਂ ਨੇ ਕੀਤੀ ਹੈ, ਬਾਕੀ ਚਾਕੀ ਕਾ ਚੀਥੜੇ ਦੇ ਪਿੱਛੇ ਪਏ ਹੋਏ। ਚਾਕੀ ਕੇ ਚੀਥੜੇ ਦੇ ਵਿੱਚ ਤਾਂ ਗ੍ਰਾਮਸ ਦਾ ਹੀ ਆਟਾ ਹੋਏਗਾ, ਮੇਨ ਆਟਾ ਤਾਂ ਚਲੇ ਗਿਆ, ਲੈ ਗਿਆ। ਸੋ ਜਿਹੜਾ ਚਾਕੀ ਦਾ ਚੀਥੜਾ ਹੈ ਇਹਦੇ ਵਾਲੀ ਆਪਾਂ ਆਦਤ ਛੱਡੀਏ। ਹਰੇਕ ਜੀਵ ਆਪਣੇ ਅੰਦਰ ਚਾਕੀ ਚਲਾਏ, ਵਿਚਾਰ ਕਰੇ, ਜੋ ਉਹਦਾ ਭਰਮ ਹੈ ਉਹਨੂੰ ਉਹ ਪੀ ਲਵੇ। ਜਿਵੇਂ ਮਹਿੰਦੀ ਕਰਕੇ ਘਰ ਲਿਆ ਆਪ ਪਿਸਾਏ, ਉਹ ਹੁਣ ਕੋਈ ਚੱਕੀ ਤਾਂ ਲਾਈ ਨਹੀਂ ਹੋਈ ਬਾਹਰ ਫਿਜ਼ੀਕਲ, ਅੰਦਰ ਇਹ ਚੱਕੀ ਦਾ ਹੈ ਕਿ ਦੋ ਪੁੜ ਹੈ, ਇੱਕ ਮਨ ਹੈ, ਇੱਕ ਚਿੱਤ ਹੈ। ਉਹਨਾਂ ਦੋਹਾਂ ਦੇ ਵਿੱਚ ਜਿਹੜਾ ਆ ਕੇ ਜਦੋਂ ਆਪਾਂ ਵਿਚਾਰਦੇ ਹਾਂ ਸਾਡਾ ਭਰਮ ਜਿਹੜਾ ਹੈ ਉਹ ਬਰੀਕ ਬਰੀਕ ਹੁੰਦਾ ਖਤਮ ਹੋ ਜਾਂਦਾ ਹੈ। ਸੋ ਅੱਗੇ ਕੀ ਕਹਿ ਰਹੇ ਆ? ਛੀਕੇ ਪਰ ਤੇਰੀ ਬਹੁਤ ਡੀਠ। ਪਰ ਜਿਹੜਾ ਸਾਡਾ ਲਾਲਚੀ ਸੁਭਾਅ ਹੈ ਅਸੀਂ ਪੱਕੀ ਪਕਾਈ ਰੋਟੀ ਮੰਗਦੇ ਹਾਂ। ਛੀਕੇ ਵਿੱਚ ਪੱਕੀ ਪਕਾਈ ਰੋਟੀ ਜਿਹਦਾ ਪਹਿਲਾਂ ਚੂਨ ਬਣਿਆ ਹੈ, ਫਿਰ ਉਹਨੂੰ ਗੁੰਨਿਆ ਹੈ, ਫਿਰ ਉਹਨੂੰ ਰਾੜਿਆ ਹੈ, ਫਿਰ ਉਹਨੂੰ ਘਿਓ ਵੀ ਲਾਇਆ ਹੋਊ, ਉਹ ਪਈ ਹੈ। ਅਸੀਂ ਉਹਨੂੰ ਭਾਲਦੇ ਹਾਂ ਸਿੱਧਾ ਹੀ। ਕਹਿਣ ਦਾ ਭਾਵ ਕਿ ਅਸੀਂ ਤ੍ਰਿਕੁਟੀ ਚੋਂ ਸੋਚਦੇ ਹਾਂ ਕਿ ਅਸੀਂ ਪੂਰਨ ਗਿਆਨ ਲੈ ਲਾਂਗੇ। ਉਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਛੀਕਾ ਸਾਡੇ ਹਿਰਦੇ 'ਚ ਹੈਗਾ। ਚੱਕੀ ਚਲਾਉਣੀ ਜਾਂ ਜਿਹੜਾ ਪ੍ਰੋਸੈਸ ਹੈ ਉਹ ਤੋਂ ਅਸੀਂ ਦੂਰ ਨਹੀਂ ਹੋ ਸਕਦੇ। ਮਤ ਲੱਕੜੀ ਸੋਟਾ ਪਰੇ ਤੇਰੀ ਪਰੇ ਪੀਠ, ਵੀ ਕਿਤੇ ਐ ਨਾ ਹੋਵੇ ਵੀ ਆ ਜਿਹੜਾ ਸਰੀਰ ਹੈ ਇਹਦੇ ਪਰ ਕਾਲ ਦਾ ਸੋਟਾ ਪੈ ਜਾਵੇ। ਤੇਰੀ ਪਰੇ ਪੀਠ, ਤੇਰੀ ਪਿੱਠ ਦੂਸਰੇ ਪਾਸੇ ਨੂੰ, ਤੇਰੀ ਛੀਕੇ ਵੱਲ ਨੂੰ ਪਿੱਠ ਮੂੰਹ ਹੋਇਆ ਤੇ ਤੇਰੇ ਚੱਕੀ ਵੱਲ ਨੂੰ ਪਿੱਠ ਹੋਈ ਹੈ। ਜੇ ਤੂੰ ਨਹੀਂ ਪੀਸੇਗਾ ਤਾਂ ਤੇਰੇ ਨਾਲ ਇਹ ਘਟਨਾ ਘਟ ਜਾਏਗੀ। ਕਹਿ ਕਬੀਰ ਭੋਗ ਭਲੇ ਕੀਨ, ਤੂੰ ਇਹਨਾਂ ਨੂੰ ਹੀ ਭੋਗ ਭਲੇ ਦੱਸੀ ਜਾਂਦਾ ਵੀ ਮੈਂ ਕਿਸੇ ਦੇ ਘਰੇ ਜਾ ਕੇ ਕਿਸੇ ਨੂੰ ਭਰਮ 'ਚ ਪਾ ਕੇ ਆਪਣੀ ਰੋਜ਼ ਦੀ ਰੋਟੀ ਰੋਜੀ ਚਲਾਈ ਜਾਂਦਾ, ਇਹ ਠੀਕ ਨਹੀਂ ਹੈ। ਮੱਤ ਕੋ ਮਾਰੇ ਈਟ ਟਾਈਮ, ਐ ਨਾ ਹੋਵੇ ਵੀ ਤੂੰ ਆਪਣੇ ਮਨ ਨੂੰ ਬਿਨਾਂ ਮਾਰੇ ਹੀ ਸਿਰਫ ਆ ਜਿਹੜਾ ਸਰੀਰ ਹੈ ਇਹਦੇ ਵਾਸਤੇ ਹੀ ਉਹ ਮਨ ਦੀ ਜਿਹੜੀ ਭਰਮ ਹੈ ਵਰਤ ਕੇ ਲੋਕਾਂ ਨੂੰ ਭਰਮ 'ਚ ਪਾ ਕੇ ਤੂੰ ਉਪਜੀਵਿਕਾ ਚਲਾ ਰਿਹਾ। ਉਹ ਭਗਤਾਂ ਨੇ ਮਨਾ ਕੀਤਾ ਕਿ ਅਸਲੀ ਜੋ ਉਪਜੀਵਿਕਾ ਹੈਗੀ ਹੈ ਉਹ ਤਾਂ ਹੈਗੀ ਹੈ ਆ ਯੁਗ ਮੈਂ ਇੱਕ ਹੋਇਆ, ਏਕਾ ਨਹੀਂ ਹੋਇਆ ਤਾਂ ਤੇਰਾ ਜਿਹੜਾ ਸਰੀਰ ਹੈ ਈਂਟ ਢੇਮ ਦਾ ਇਹ ਬਣਿਆ ਹੋਇਆ ਕੱਚੀ ਮਿੱਟੀ ਦਾ, ਇਹ ਦੋਹੇ ਮਟੀਰੀਅਲ ਮੈਨੂੰ ਲੱਗਦਾ ਹੈ ਕਿ ਮਿੱਟੀ ਦੇ ਹੁੰਦੇ ਹਨ। ਤੇ ਇਹ ਦੋਹੇ ਜੇ ਕਿਆ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ, ਇਹਨੇ ਕਿਤਨਾ ਕਿਤੇ ਟੁੱਟਣਾ ਹੈ। ਤੂੰ ਇਸ ਤੋਂ ਪਹਿਲਾਂ ਆਪਣਾ ਮਨ ਮਾਰ ਲਾ, ਮਨ ਮਾਰਨ ਲਈ ਚੱਕੀ ਚਲਾ। ਭੋਗ ਭਲਾ ਉਹੀ ਹੈ ਜਿੱਥੇ ਕਿ ਤੂੰ ਆਪ ਆਟਾ ਪੀਸੇ, ਆਪ ਉਹਨੂੰ ਚਖੇ ਤੇ ਆਪ ਰੋਟੀ ਹੀਰਾ ਰੋਟੀ ਕਰਨੇ। ਗਲਾ ਘਟਾਵੇ ਕੌਣ? ਉਹ ਜਿਹੜੀ ਖੇਡ ਹੈ ਉਹ ਇੰਨੀ ਸੌਖੀ ਨਹੀਂ ਹੈ, ਪਰ ਉਹ ਤੋਂ ਵਾਂਝੇ ਨਾ ਰਹਿ। ਤੇ ਜਿਹੜਾ ਦੂਆ ਭੋਗ ਭਲਾ ਪੰਡਿਤ ਦਾ ਮੰਨਿਆ ਹੋਇਆ ਉਹਦੇ ਤੇ ਗੁਰੂ ਨਾਨਕ ਜੀ ਨੇ ਆਪਾਂ ਨੂੰ ਪੰਕਤੀ ਲਿਖੀ ਹੋਈ ਹੈ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ।
ਇਹਨੂੰ ਜੇ ਤੂੰ ਸੋਚਣਾ ਵੀ ਇਹ ਤੇਰਾ ਮਨ ਮਾਰ ਦੇਗਾ, ਇਹ ਭੋਜਨ ਜਾਂ ਇਹ ਸ਼ਲੋਕ ਪੜ੍ਹਨ ਨਾਲ ਕੁਛ ਹੋ ਜਾਏਗਾ, ਉਹ ਉਸ ਤਰ੍ਹਾਂ ਹੀ ਟਰੀਟ ਹੋਏਗਾ ਜਿਵੇਂ ਕਿ ਉਹ ਵਿਸ਼ਟਾ ਦੇ ਰੂਪ ਵਿੱਚ ਭੋਜਨ ਬਾਅਦ ਚ ਆਉਂਦਾ। ਤੇ ਤੂੰ ਇਸ ਗੱਲ ਦਾ ਖਿਆਲ ਰੱਖ। ਇਹ ਭਗਤਾਂ ਨੇ ਇਸ ਗੱਲ ਨੂੰ ਸਮਝਾਇਆ ਹੈ ਕਿ ਹਿਰਦੇ ਦੇ ਵਿੱਚ ਜਾ ਕੇ ਚੱਕੀ ਚਲਾ, ਹਿਰਦੇ ਦੇ ਵਿੱਚ ਆਟਾ ਪੈਦਾ ਕਰ, ਉਸ ਆਟੇ ਨੂੰ ਤੂੰ ਫਿਰ ਰੋਟੀ ਬਣਾ, ਉਸ ਨਾਲ ਤੂੰ ਆਪਣੇ ਮਨ ਦੀ ਭੁੱਖ ਮਿਟਾ। ਇਹ ਤੇਰਾ ਜਿਹੜਾ ਹੈਗਾ ਮੁਕਤੀ ਦਾ ਸਾਧਨ ਬਣਨਾ ਚਾਹੀਦਾ। ਬਾਕੀ ਪਰਮੇਸ਼ਰ ਨੇ ਸਭ ਨੂੰ ਦਿੱਤਾ ਹੋਇਆ, ਉਸ ਦੇ ਬਾਰੇ ਤੈਨੂੰ ਫਿਕਰ ਨਹੀਂ ਹੋਣਾ ਚਾਹੀਦਾ। ਤੇ ਨਹਾਉਣ ਦੀ ਗੱਲ ਗੁਰੂ ਨਾਨਕ ਜੀ ਨੇ ਦੱਸੀ ਆਪਾਂ ਨੂੰ, ਬਾਹਰ ਧੋਤੀ ਤੂੰਬੜੀ। ਉਹ ਪੰਡਤ ਪਹਿਲਾ ਸੁੱਚਾ ਹੋਏ ਕਿ ਜੇ ਵਿਆ, ਉਹ ਉਹਨੂੰ ਨਹਾਉਣੇ ਕਿਹਾ ਹੋਇਆ ਵੀ ਅੰਦਰ ਮਨ ਤਾਂ ਤੇਰਾ ਪਹਿਲਾਂ ਦੇ ਸੁਭਾਅ ਵਾਲਾ ਹੀ ਹੈ। ਤੂੰਬੜੀ ਜਿਹੜਾ ਜਿਹਦੇ ਵਿੱਚ ਕਿ ਵਿਸ਼ ਹੁੰਦਾ ਹੈ, ਕੜਤਣ ਹੁੰਦੀ ਹੈ, ਉਹਦੇ ਬਾਰੇ ਦੱਸਿਆ ਵੀ ਅੰਦਰ ਮਨ ਦੇ ਤਾਂ ਵਿਸ਼ਮਾ ਹੀ ਰਹਿ ਗਈ। ਸ਼ਲੋਕ ਵੀ ਪੜ੍ਹ ਲਿਆ, ਰੋਟੀ ਵੀ ਖਾ ਲਈ, ਸਾਧ ਭਲੇ ਨਹਾਤੇ ਆ। ਉਹ ਕਹਿੰਦੇ ਵੀ ਅਸੀਂ ਤਾਂ ਇਹੋ ਜਿਹੇ ਨਹਾਉਣ ਤੋਂ ਦੂਰੇ ਚੰਗੇ ਆ, ਅਸੀਂ ਤਾਂ ਬਿਨਾਂ ਨਹਾਤੇ ਹੀ ਰਹਿ ਲਾਂਗੇ। ਕਿਉਂਕਿ ਚੋਰ ਸੇ ਚੋਰਾ ਚੋਰ, ਚੋਰ ਸੇ ਚੋਰਾਂ ਚੋਰ। ਜਿਹੜਾ ਚੋਰ ਹੈਗਾ ਉਹ ਚੋਰਾਂ ਦੇ ਨਾਲ ਰਲਿਆ ਹੋਇਆ, ਉੱਥੋਂ ਜਾ ਕੇ ਉਹਨੇ ਫੇਰ ਚੋਰਾਂ ਚ ਰਲ ਜਾਣਾ ਜਾ ਕੇ। ਚੋਰ ਤਾਂ ਕਾਮ ਕਰੋ ਲੋਮੋ ਹੰਕਾਰ ਹੈ। ਜਦ ਇਹੀ ਨਹੀਂ ਛੁੱਟ ਰਹੇ, ਵਿਸ਼ੇ ਨਹੀਂ ਨਿਕਲ ਰਹੀ, ਤੇ ਨਾ ਜਿਹੜੇ ਸਾਧ ਹੈ, ਭਗਤ ਹੈ, ਇਹੋ ਜਿਹੇ ਨਹਾਉਣ ਨਾਲੋਂ ਤਾਂ ਵੈਸੇ ਹੀ ਚੰਗੇ ਹੈ। ਸਰੀਰ ਦੀ ਸਫਾਈ ਚ ਭਰੋਸਾ ਰੱਖਦੇ ਆ, ਪਰ ਮਨ ਸਾਫ਼ ਹੋ ਜਾਵੇ, ਵਿਸ਼ ਨਿਕਲ ਜਾਵੇ ਪਾਣੀ ਨਾਲ, ਇਸ ਗੱਲ ਨੂੰ ਉਹਨਾਂ ਨੇ ਨਕਾਰਿਆ ਹੋਇਆ। ਇਸ ਦੇ ਬਾਰੇ ਉਹਨਾਂ ਨੇ ਦੱਸਿਆ ਵੀ ਇਹ ਉੱਤਮ ਕੌਣ ਹੈ। ਜਿਹੜੇ ਇਸ ਨਹਾਉਣ ਨੂੰ ਨਹੀਂ ਮੰਨਦੇ, ਪਰ ਜਿਹੜੇ ਇਸ਼ਨਾਨ ਨੂੰ ਮੰਨਦੇ ਆ। ਹਰੀ ਕੇ ਹੋ ਸੰਤ ਭਲੇ। ਹੁਣ ਸੰਤ ਵੀ ਲਿਖਤਾ ਉਹਨਾਂ ਨੂੰ, ਕਿਉਂਕਿ ਜੇ ਆਪਾਂ ਯੂਪੀ ਵਗੈਰਾ ਜਾਈਏ ਉਹ ਸੰਤ ਕਬੀਰ ਜੀ ਕਹਿੰਦੇ ਨੇ, ਪਰ ਗੁਰਬਾਣੀ ਚ ਆਪਾਂ ਉਹਨਾਂ ਨੂੰ ਭਗਤ ਕਬੀਰ ਜੀ ਕਹਿੰਦੇ ਆ। ਤੇ ਉੱਤਮ ਭਗਤ ਭਲੇ, ਦੋਹੇ ਦੱਸਦਾ ਵੀ ਉਹ ਸੰਤ ਜਿਹੜੇ ਭਗਤ ਉੱਤਮ ਹੈ, ਉੱਤਮ, ਉਹਨਾਂ ਦੀ ਗੱਲ ਹੋ ਰਹੀ ਹੈ। ਉਹ ਭਲੇ ਹੈ, ਉਹਨਾਂ ਨੇ ਭਲਾ ਭੋਗ ਕੀਤਾ ਹੈ, ਆਪਣਾ ਭਲਾ ਕੀਤਾ, ਕਿਸੇ ਹੋਰ ਦਾ ਕੀਤਾ। ਉਸ ਲਈ ਕੀ ਹੈਗਾ, ਉਸ ਲਈ ਹਿਰਦੇ ਜਾਣਾ ਪੈਂਦਾ। ਉਸ ਲਈ ਭੰਡ ਚ ਜਾ ਕੇ ਭੰਡ ਮੂਆ, ਉਹਦੇ ਵਿੱਚ ਮਨ ਦੀ ਜਿਹੜੀ ਹੋਂਦ ਹੈ, ਮਨ ਦਾ ਜਿਹੜਾ ਭਰਮ ਹੈ, ਉਹ ਮਾਰਨਾ ਪੈਂਦਾ, ਤਾਂ ਆਪਣਾ ਮੂਲ ਪ੍ਰਾਪਤ ਹੋ ਜਾਂਦਾ ਹੈ, ਫਿਰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜੋ ਭਾਵਤ ਉਹਨਾਂ ਨੇ ਕੀਤਾ ਕੀ ਹੈ, ਪਹਿਲਾ ਹਰੀ ਰਾਮ ਮੁਰਾਰੀ। ਇਹ ਅਲੱਗ-ਅਲੱਗ ਉਹਨਾਂ ਦੇ ਜੋ ਕੁਛ ਸਿਮਰਤ ਸ਼ਾਸਤਰ ਹੈ, ਉਹਨਾਂ ਵਿੱਚ ਅਲੱਗ-ਅਲੱਗ ਨਾਂ ਚੱਲਦੇ ਆ ਪੁਰਾਣਾ ਚ। ਉਹ ਕਹਿੰਦੇ ਉਹ ਹਰੀ ਨੂੰ ਵੀ ਭਾਗੇ, ਜੇ ਉਹਨੂੰ ਹਰੀ ਨੂੰ ਕੋ ਰਾਮ ਕਹਿੰਦਾ ਉਹਨੂੰ ਵੀ ਭਾਗੇ, ਜੇ ਉਸੇ ਹਰੀ ਨੂੰ ਕੋ ਮੁਰਾਰੀ ਕਹਿੰਦਾ ਉਹਨੂੰ ਵੀ ਭਾਗੇ। ਉਹਨੂੰ ਸ਼ਿਵ ਵੀ ਕਿਹਾ ਜਾਂਦਾ, ਉਹਨੂੰ ਅੱਲਾ ਵੀ ਕਿਹਾ ਜਾਂਦਾ। ਗੁਰਬਾਣੀ ਵਿੱਚ ਉਹ ਸਾਰੇ ਆਪਣੇ ਮੂਲ ਦੇ ਹੀ ਨਾਂ ਹਨ। ਤੇ ਕਬੀਰ ਜੀ ਨੇ ਉਸ ਸਮੇਂ ਜਿਹੜੀਆਂ ਮੱਤਾਂ ਸੀ, ਜਿਨ੍ਹਾਂ ਤੋਂ ਗਿਆਨ ਲੈਣ ਦੀ ਕੋਸ਼ਿਸ਼ ਕਰਦੇ ਸੀ, ਔਰ ਜਿਨ੍ਹਾਂ ਨੇ ਚਾਕੀ ਚੱਟ ਚੂਨ ਖਾਏ ਨਹੀਂ ਕੀਤਾ ਸੀ, ਜਾਂ ਜਿਨ੍ਹਾਂ ਨੇ ਭੰਡ ਜੰਮੀਏ ਭੰਡ ਨਵੀਂ ਦੀ ਪ੍ਰਕਿਰਿਆ ਨਹੀਂ ਕੀਤੀ ਸੀ, ਉਹਨਾਂ ਬਾਰੇ ਉਹਨਾਂ ਦਾ ਇੱਕ ਸ਼ਲੋਕ ਹੈ, ਕਬੀਰ ਮੈਂ ਜਾਣਿਓ ਪੜ੍ਹਵੋ ਭਲੋ। ਕਹਿੰਦਾ ਕਿ ਜਦ ਮੈਂ ਸ਼ੁਰੂ ਕਰਨਾ ਸੀ ਇਹ ਕੰਮ, ਇਹ ਪਤਾ ਲੱਗਦਾ ਸੀ ਕਿ ਜਿਹੜਾ ਪੰਡਤ ਹੈ ਉਹ ਪੜ੍ਹਦਾ ਸੀ ਵੇਦ, ਜੋ ਵੀ ਜਿਸੇ ਨੂੰ ਵੀ ਉਹ ਰਚਨ ਨੂੰ ਵੇਦ ਕਹਿੰਦਾ ਸੀ, ਉਹਨੂੰ ਉਹ ਪੜ੍ਹਦਾ ਸੀ। ਕਹਿੰਦੇ ਵੀ ਮੈਨੂੰ ਲੱਗਿਆ ਵੀ ਜਿਹੜਾ ਪੜ੍ਹਨ ਵਾਲਾ ਉਹ ਭਲਾ ਹੋਊਗਾ, ਭਲਾ ਭੋਗ ਉਹਦੇ ਕੋਲ ਹੋਊ। ਫੇਰ ਪਤਾ ਲੱਗਿਆ ਵੀ ਇਹ ਤੋਂ ਅੱਗੇ ਹੈਗਾ ਜੋਗੀ, ਕਿਉਂਕਿ ਜੋਗੀ ਨੇ ਤਿਆਗੀ ਹੋਏ, ਮਾਇਆ ਤਿਆਗੀ ਹੋਈ ਸੀ। ਪੜ੍ਹਵੇ ਸਿਉ ਭਲ ਜੋਗ, ਕਿ ਜੋਗੀ ਜਿਹੜਾ ਜੋਗ ਮੱਤ ਹੈ, ਜਿਹੜਾ ਪੰਡਤ ਹੈ ਵੇਦ ਮੱਤ ਹੈ, ਜਿਹੜਾ ਇਹ ਨਾਦ ਮੱਤ ਹੈ। ਇਹ ਕਹਿੰਦੇ ਸਾਨੂੰ ਨਾਦ ਸੁਣਦਾ। ਕਹਿੰਦੇ ਵੀ ਮੈਂ ਚਲੋ ਜੋਗੀ ਨੇ ਇਸ ਸੰਪਰਕ ਚ ਵੀ ਆ ਗਿਆ, ਪਰ ਦੋਹਾਂ ਕੋਲ ਭਲਾ ਭੋਗ ਨਹੀਂ ਸੀ। ਦੋਹਾਂ ਨੇ ਉਹ ਭੰਡ ਜੰਮੀਏ ਭੰਡ ਨਿੰਮੀਏ ਵਾਲੀ ਕਿਰਿਆ ਨਹੀਂ ਕੀਤੀ ਸੀ। ਭਗਤੀ ਨਾ ਛਾਡੋ ਰਾਮ ਕੀ, ਹੁਣ ਰਾਮ ਕੀ ਭਗਤੀ ਕਹਿੰਦੇ ਆ ਉਹ, ਮੁਰਾਰੀ ਕੀ ਕਹਿ ਲਈਏ, ਹਰੀ ਕੀ ਕਹਿ ਦਈਏ। ਉੱਪਰ ਆਪਾਂ ਦੇਖਿਆ ਹੀ ਹੈ, ਇਹ ਤਿੰਨੇ ਜਿਹੜੇ ਸ਼ਬਦ ਹੈ ਆਪਸ ਵਿੱਚ ਸਿਨੋਨਿਮਸ ਨੇ। ਭਾਵੇਂ ਨਿੰਦੋ ਲੋਗ, ਹੁਣ ਇਹ ਲੋਕ ਕੌਣ ਸੀ? ਇਹ ਲੋਕ ਕੋਈ ਫਿਰਕਾ ਸੀ ਜਾਂ ਕੁਝ ਖਾਸ ਲੋਕ ਸੀ? ਇਹ ਲੋਕ ਤੇ ਔਂਕੜ ਲੱਗਿਆ ਕਿ ਕੋਈ ਖਾਸ ਧਰਮਾਂ ਦੇ ਆਗੂ ਜਿਹੜੇ ਸੀ, ਜਿਹੜੇ ਆਪਣੇ ਆਪ ਨੂੰ ਮੁਕਤ ਸਮਝਦੇ ਸੀ, ਉਹ ਨਿੰਦਣ ਲੱਗ ਗਏ ਸੀ, ਉਹ ਮੰਦਾ ਕਹਿਣ ਲੱਗ ਗਏ ਸੀ ਭਗਤਾਂ ਨੂੰ। ਕੱਲੇ ਇਹ ਨਾ ਸੋਚੀਏ ਕਿ ਆਪਾਂ ਇੱਧਰ ਦੀਆਂ ਮੱਤਾਂ ਦੀ ਗੱਲ ਕਰ ਰਹੇ ਹਾਂ। ਗੁਰੂ ਨਾਨਕ ਜੀ ਨੇ ਕਿਹਾ ਗਿਆਨ ਵੀ ਹੋਣਾ ਗਾਵੇ ਗੀਤ। ਇਹ ਗੀਤ ਗਾਉਣ ਵਾਲੇ ਸੀ ਜਿਹੜੇ ਵੇਦ ਪੜ੍ਹਦੇ ਸੀ। ਤੇ ਭੁੱਖੇ ਮੁੱਲਾ ਘਰੇ ਮਸੀਤ,
ਜਿਹਦੇ ਮਨ ਵਿੱਚ ਭੁੱਖ ਹੈ ਔਰ ਉਹ ਮੁੱਲਾ ਬਣ ਗਿਆ, ਉਹਨੇ ਕਰਨਾ ਕੀ ਸੀ? ਉਹ ਮਸੀਤ ਨੂੰ ਵਰਤਣ ਲੱਗ ਗਿਆ। ਜਿਵੇਂ ਅੱਜ ਕੱਲ੍ਹ ਸਾਡੇ ਜਿੰਨੇ ਧਾਰਮਿਕ ਸਥਾਨ ਆ, ਉਹ ਇੱਕ ਤਰ੍ਹਾਂ ਦੇ ਬਾਹਰਲੇ ਸਰੀਰ ਦੇ ਭੋਜਨ ਦੇ ਸਥਾਨ ਬਣ ਗਏ ਹੈ। ਉਹਨਾਂ ਲਈ ਉਹਨਾਂ ਦੇ ਅੱਡੇ ਬਣ ਚੁੱਕੇ ਹੈ ਉਹ। ਪਰ ਬ੍ਰਹਮ ਗਿਆਨ ਉੱਥੇ ਨਹੀਂ ਮਿਲਦਾ ਕਿਸੇ ਨੂੰ। ਉਹ ਬ੍ਰਹਮ ਗਿਆਨ ਨਾਲ ਭੁੱਖ ਮਿਲਣੀ ਸੀ, ਮਿਟਣੀ ਸੀ। ਉਸ ਦੇ ਬਾਰੇ ਇਸ਼ਾਰਾ ਹੈ ਕਿ ਜਿਹੜਿਆਂ ਨੇ ਘਰਾਂ ਨੂੰ ਮਸੀਤਾਂ ਬਣਾ ਲਿਆ, ਕਿਉਂਕਿ ਮਸੀਤ ਦਾ ਅੰਦਰ ਹੈ ਸਾਡੇ, ਉਹਦੇ ਤਾਂ 9 ਦਰਵਾਜ਼ੇ ਦੱਸੇ ਹੋਏ, 10ਵੇਂ 'ਚ ਜਾ ਕੇ ਮਸੀਤ ਹੈ। 9 ਦਰਵਾਜ਼ੇ ਨੇ ਸਰੀਰ 'ਚ, 10ਵੇਂ ਦਰਬਾਰ 'ਚ ਮਸੀਤ ਹੈ। ਉੱਥੇ ਹੀ ਗੁਰਦੁਆਰਾ ਹੈ, ਉੱਥੇ ਹੀ ਮੰਦਿਰ ਹੈ। ਪਰ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਘਰਾਂ ਨੂੰ ਜਾਂ ਬਾਹਰ ਫਿਜ਼ੀਕਲ ਚੀਜ਼ਾਂ ਨੂੰ ਬਣਾ ਲਿਆ ਤਾਂ ਸਾਡੀ ਭੁੱਖ ਨਹੀਂ ਮਿਲਦੀ। ਜੇ ਭੁੱਖੇ ਮੁੱਲਾ ਹੈ ਤਾਂ ਭੁੱਖੇ ਕਾਜੀ ਵੀ ਹੈ, ਭੁੱਖੇ ਪੰਡਿਤ ਵੀ ਹੈ, ਭੁੱਖੇ ਜਿਹੜੇ ਆਪਣੇ ਆਪ ਨੂੰ ਕਿਸੇ ਹੋਰ ਮਤ ਨਾਲ ਜੋੜਦੇ ਆ, ਪਾਦਰੀ ਵੀ ਹੈ, ਸਭ ਗ੍ਰੰਥੀ ਵੀ ਕਹਿ ਲਓ। ਉਹ ਗੱਲ ਭੁੱਖ ਤੇ ਆ ਗਈ ਕਿ ਧਰਮ ਦਾ ਪੋਸ਼ਾਕ ਪਾ ਲਿਆ, ਪਰ ਧਰਮ ਦਾ ਜੋ ਰਿਜ਼ਲਟ ਸੀ ਉਹ ਨਹੀਂ ਆ ਰਿਹਾ। ਹੁਣ ਨਾਵੇਂ ਦੀ ਗੱਲ ਹੈ, ਬਿਨ ਨਾਵੇਂ ਰਸ ਖਾਏ। ਨਾਵੇਂ ਤੇ ਗੁਰਬਾਣੀ ਦਾ ਕੀ ਫੈਸਲਾ? ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇਂ ਨਾਹੀ ਕੋ ਥਾਉ। ਉਹ ਕਹਿੰਦੇ ਕਿ ਨਾਵੇਂ ਦੀ ਅਸੀਂ ਇੰਨੀ ਕਮੀ ਦੇਖੀ। ਗੁਰੂ ਨਾਨਕ ਜੀ ਕਹਿੰਦੇ ਗੁਰਬਾਣੀ ਸਾਰੀ 'ਚ ਨਾਵੇਂ ਹੀ ਪਾਤਾ। ਉਹਨੂੰ ਨਾਉ ਵੀ ਕਿਹਾ ਜਾਂਦਾ, ਪਰ ਨਾਵੇਂ ਗੁਣ ਨੂੰ ਕਿਹਾ ਜਾਂਦਾ। ਨਾਵੇਂ ਕੋਈ ਅੱਖਰ ਨਹੀਂ ਹੈ, ਨਾਵੇਂ ਜਿੰਨੇ ਗੁਣ ਨੇ ਆਪਣੇ ਮੂਲ ਦੇ ਉਹ ਨਾਵੇਂ ਹੈ। ਅਸੀਂ ਸਾਰੀ ਜਗ੍ਹਾ ਆਪਣੇ ਮੂਲ ਦੇ ਜਾਂ ਪਰਮੇਸ਼ਰ ਦੇ ਗੁਣਾਂ ਦਾ ਹੀ ਵਿਸਤਾਰ ਕੀਤਾ ਹੋਇਆ, ਪੂਰਨ ਬ੍ਰਹਮ ਦੇ ਜਾਂ ਪਾਰ ਬ੍ਰਹਮ ਦੇ। ਭਰੀਏ ਮਤ ਪਾਪਾਂ ਕੇ ਸੰਗ। ਹੁਣ ਇਹ ਭਗਤੀ ਆਰੰਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇਹ ਸਾਡੇ ਮਨਸਾ ਜਿਹੜੀ ਹੈ ਉਹ ਥੰਮੀ ਜਾਵੇ। ਜਿਹੜੀ ਸਾਡੇ ਮਨ ਦੇ ਵਿੱਚ ਇੱਛਾ ਹੈ ਉਹ ਰੁਕੇ। ਜਦ ਇੱਛਾ ਰੁਕ ਗਈ ਤਾਂ ਆਪੇ ਮਿਲ ਜਾਂਦਾ, ਆਪੇ ਭਾਲ ਲਿਆ ਜਾਂਦਾ। ਇੱਛਾ ਰੋਕਣੀ ਸੀ, ਉਹ ਧਿਆਨ ਲਾਉਣ ਲੱਗ ਗਏ। ਧਿਆਨ ਨਾਲ ਗੱਲ ਨਹੀਂ ਸੀ ਬਣਨੀ। ਧਿਆਨ ਤਾਂ ਇਸ ਗੱਲ ਦਾ ਰੱਖਣਾ ਸੀ ਕਿ ਜਿਹੜੀ ਭਰੀਏ ਮਤ ਪਾਪਾਂ ਕੇ ਸੰਗ ਹੈਗੀ ਹੈ, ਜਿਹੜੀ ਭਰਮਾਂ ਦੇ ਨਾਲ ਸਾਡੀ ਮੱਤ ਪਈ ਹੋਈ ਹੈ। ਹੁਣ ਗੱਲ ਫਿਰ ਮੱਤ ਦੀ ਹੋ ਰਹੀ ਹੈ। ਮੱਤ ਤਾਂ ਹਰੇਕ 'ਚ ਹੈ। ਉਹ ਧੋਪੇ ਨਾਵੇਂ ਕੇ ਰੰਗ। ਉਹ ਨਾਮ ਦੇ ਨਾਵੇਂ ਕੇ ਰੰਗ, ਆਪਣੇ ਆਪ ਨੂੰ ਉਹ ਗੁਣਾਂ ਦੇ ਨਾਲ ਅਸੀਂ ਕੰਪੇਅਰ ਕਰਨਾ ਹੈ। ਜੋ ਗੁਣ ਸਾਡੇ 'ਚ ਨਹੀਂ ਹਨ ਉਹ ਅਸੀਂ ਆਪਣੇ ਅੰਦਰ ਉਹ ਗੁਣ ਲੈ ਕੇ ਆਉਣੇ ਆ। ਉਹ ਨਾਵੇਂ ਕੇ ਰੰਗ ਦੇ ਨਾਲ ਉਹ ਪਹਿਲੀ ਅਵਸਥਾ ਜਿੱਥੇ 2 ਪਦਾਰਥ ਮਿਲਦੇ। ਇਹ ਕੋਈ ਅੱਖਰ ਨਹੀਂ ਹੈ, ਇਹ ਕਿਸੇ ਦਾ ਰਟਣ ਨਹੀਂ ਕਰ ਸਕਦੇ ਆਪਾਂ। ਨਾਵੇਂ ਜਿਹੜੀਆਂ ਗੁਣ ਹੈ ਉਹਦੇ ਵਿੱਚ ਮਤ ਨੂੰ ਰੰਗਣਾ ਪੈਂਦਾ। ਖਸਮ ਵਿਸਾਰੇ ਤੇ ਕਮਜ਼ਾਰ, ਨਾਨਕ ਨਾਵੇਂ ਬਾਦ ਸਨਾਤ। ਇਹ ਉਹ ਮੱਤਾਂ ਸੀਗੀਆਂ ਜਿਹੜੀਆਂ ਆਪਣੇ ਆਪ ਨੂੰ ਸਨਾਤਨ ਕਹਿੰਦੇ ਸੀ। ਪੜਵੋ ਦੇ ਵਿੱਚ ਤਾਂ ਵਿਸ਼ਣ ਮੱਤ ਆਈ ਹੈ, ਦੂਸਰੀ ਮੱਤ ਆਈ ਸੀ ਜੋਗ ਮੱਤ। ਆਹ ਜਿਹੜੀ ਸਨਾਤ ਹੈ, ਜਿਹੜੇ ਸਨਾਤਨ ਮੰਨਦੇ ਸੀ ਉਹ ਕਹਿੰਦੇ ਨਾਵੇਂ ਬਾਅਦ ਸਾਰੇ ਹੀ ਸਨਾਤ ਹੈ। ਜੇ ਸਨਾਤਨ ਵਾਲੇ ਸੋਚਦੇ ਹੋਣ ਕਿ ਉਹਨਾਂ ਕੋਲ ਕੋਈ ਉੱਚੀ ਪਦਵੀ ਹੈ, ਵੇਦ ਮੱਤ ਦਾ ਇਹ ਫੈਸਲਾ ਹੈ ਕਿ ਜੇ ਨਾਵੇਂ ਨਹੀਂ ਹੈ ਤਾਂ ਸਨਾਤ ਵੀ ਜਿਹੜੀ ਹੈ ਮੱਤ ਉਹ ਕਿਸੇ ਕੰਮ ਦੀ ਨਹੀਂ ਹੈ, ਉਹ ਕਮਜ਼ਾਤ ਹੈਗੀ ਹੈ। ਅੱਗੇ ਗਿਆ ਜਾਣੀਏ ਬਿਨ ਨਾਵੇਂ ਬੇਕਾਰ। ਅੱਗੇ ਤਾਂ ਹੀ ਆਪਣੀ ਪੁੱਛ ਪੈਣੀ ਹੈ ਜੇ ਨਾਵੇਂ ਹੋਵੇ। ਜੇ ਨਹਾ ਕੇ ਸ਼ਲੋਕ ਪੜ੍ਹ ਲਿਆ, ਵਿਣ ਨਾਵੇਂ ਰਸ ਖਾਏ, ਸਰੀਰ ਪਾਲੀ ਗਿਆ, ਨਾਵੇਂ ਦਾ ਕੋਈ ਆਪਾਂ ਨੂੰ ਆਭਾਸ ਨਹੀਂ ਹੋਇਆ। ਨਾਨਕ ਐਵੇਂ ਜਾਣੀਏ ਕਿ ਤੁਮ ਥੁੱਕਾਂ ਪਾਏ। ਉਹ ਗੱਲ ਚੱਲ ਰਹੀ ਸੀ ਕਿ ਕਿਸੇ ਵੀ ਧਰਮ ਵਿੱਚ ਧਾਰਮਿਕ ਸਮਝਣ ਵਾਲੇ ਜੋ ਹਨ ਆਪਣੇ ਆਪ ਨੂੰ, ਉਹਨਾਂ ਕੋਲ ਨਾਵੇਂ ਹੋਣਾ ਜ਼ਰੂਰੀ ਹੈ। ਗੁਰਬਾਣੀ ਸਾਰੀ ਨਾਵੇਂ ਦਾ ਹੀ ਪ੍ਰੋੜਤਾ ਕਰਦੀ ਹੈ। ਗੁਰਬਾਣੀ 'ਚ ਨਾਵੇਂ ਹੀ ਹੈ ਤੇ ਇਹ ਵੀ ਹੋ ਰਿਹਾ ਸੀ। ਇਹਨਾਂ ਤੇ ਵੀ ਸਾਨੂੰ ਸਜ਼ਾ ਕੀਤਾ ਸੀ। ਆਚਾਰੀ ਨਹੀਂ ਜੀਤਿਆ ਜਾਏ। ਹੁਣ ਆਚਾਰ ਮਰਿਆਦਾ ਹੁੰਦੀ ਹੈ। ਉਹ ਕਹਿੰਦੇ ਅੱਜ ਤਾਈਂ ਕਿਸੇ ਆਚਾਰੀ ਨੇ, ਕਿਸੇ ਨੇ ਸੋਚਿਆ ਹੋਏ ਕਿ ਜਿਵੇਂ ਆ ਲੱਗਾ ਪੜ੍ਹਨ ਸ਼ਲੋਕ ਨੇ ਮਨ ਨਹੀਂ ਜਿੱਤਿਆ, ਅੱਜ ਤਾਈਂ ਜੀਤਿਆ ਨਹੀਂ ਹੈ। ਇਹੀ ਗੱਲ ਕਬੀਰ ਜੀ ਦੱਸ ਰਹੇ ਆਪਾਂ ਨੂੰ। ਸੋ ਰਹਿ ਗਏ ਜੀ ਅਸੀਂ ਤੇਰੀ ਚਾਲ 'ਚ ਕਿ ਮਤ ਕੋਈ ਮਾਰੇ। ਅੱਜ ਤਾਈਂ ਕਿਸੇ ਨੇ ਨਹੀਂ ਮਾਰਿਆ, ਜਿੱਤ ਕੇ ਨਹੀਂ ਗਿਆ ਇੱਥੋਂ ਕੋਈ। ਪਾਠ ਪੜ੍ਹੇ ਨਹੀਂ ਕੀਮਤ ਹੀ ਪਾਏ। ਪਾਠ ਪੜ੍ਹਨ ਨਾਲ ਤਾਂ ਉਹ ਗੁਣਾਂ ਦੀ ਕੀਮਤ ਸਮਝੇ ਨਹੀਂ ਆਉਂਦੀ ਹੈ। ਪਾਠ ਪੜ੍ਹੇ ਜਾ ਰਹੇ ਸੀ, ਹੁਣ ਇਹ ਸਿੱਖੀ 'ਚ ਵੀ ਪਾਠ ਪੜ੍ਹੀ ਜਾ ਰਹੇ ਆਪਾਂ, ਉਹਦੇ ਨਾਲ ਕੀਮਤ ਨਹੀਂ ਪੈਣੀ। ਸਾਡੇ ਪਰ ਵੀ ਗੱਲ ਉਹੀ ਲੱਗੇਗੀ ਜੋ ਬਾਕੀ ਮੱਤਾਂ ਤੇ ਲੱਗੀ ਹੈ। ਅਸ਼ਟਦਸ਼ੀ 'ਚੋਂ ਭੇਦ ਨਾ ਪਾਇਆ। ਅਸ਼ਟ ਹੁਣ ਹੋ ਗਏ 18 ਪੁਰਾਣ। ਉਹ ਕਹਿੰਦੇ 4 ਵੇਦ, ਇਹ ਗੁਰਮਤ ਦੇ ਵੇਦ ਨਹੀਂ ਹੈ। ਇਹ ਉਹ ਹੈ ਜਿਹੜਿਆਂ ਦੇ ਪਾਠ ਪੜ੍ਹਦੇ ਸੀ ਉਸ ਸਮੇਂ ਦੇ ਪੰਡਿਤ। ਉਹ ਵੇਦ ਇਹ ਨਹੀਂ ਸੀਗੇ।
ਉਹਨਾਂ ਨੂੰ ਕਹੀ ਜਾਂਦੇ ਸੀ ਵੀ ਇਹ ਵੇਦ ਹੈ, ਉਹਨਾਂ ਨਾਲ ਕੋਈ ਭੇਦ ਨਹੀਂ ਪਾਇਆ। ਨਾਨਕ ਸਤਿਗੁਰੂ ਬ੍ਰਹਮ ਦਿਖਾਇਆ। ਹੁਣ ਬ੍ਰਹਮ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ ਕਿ ਸੋ ਕਿਉ ਮੰਦਾ ਆਖੀਏ, ਜਿਹਨੇ ਬ੍ਰਹਮ ਦੇਖ ਲਿਆ ਉਹ ਮੰਦਾ ਨਹੀਂ ਹੋ ਸਕਦਾ। ਉਹਦਾ ਆਚਰਣ ਜਿਹੜਾ ਹੈਗਾ ਉਹ ਬਿਲਕੁਲ ਪਰਮੇਸ਼ਰ ਦੇ ਹੁਕਮ 'ਚ ਹੈ। ਜਿਨ ਇੱਕ ਮਨ ਨਹੀਂ ਨਾਮ ਧਿਆਇਆ। ਪਹਿਲਾਂ ਤਾਂ ਇੱਕ ਮਨ ਹੋਣਾ ਜ਼ਰੂਰੀ ਹੈ, ਉਸ ਤੋਂ ਅੱਗੇ ਭਗਤੀ ਸ਼ੁਰੂ ਹੁੰਦੀ ਹੈ। ਪਹਿਲਾਂ ਤਾਂ ਮਨ ਇੱਕ ਨਹੀਂ ਹੋਇਆ। ਜਿਹੜਾ ਭੋਗ ਆਪਾਂ ਭਲਾ ਭੋਗ ਕਹਿੰਦੇ ਆ, ਜੋ ਮੰਨਿਆ ਹੋਇਆ ਸੀ ਉਸ ਮੱਤਾਂ ਦਾ, ਉਹਦੇ ਨਾਲ ਮਨ ਇੱਕ ਨਹੀਂ ਹੁੰਦਾ। ਉਸ ਤੋਂ ਬਾਅਦ ਨਾਮ ਧਿਆਈਦਾ। ਉਹ ਉਹਦੇ ਲਈ ਗੁਰਮਤ ਚਾਹੀਦੀ ਹੈ ਜਾਂ ਨਾਵੇਂ ਚਾਹੀਦਾ। ਨਾਵੇਂ ਦੀ ਵਿਚਾਰ ਜਿਹੜੀ ਹੈ ਉਹ ਇੱਕ ਮਨ ਕਰਦੀ ਹੈ। ਉਸ ਤੋਂ ਬਾਅਦ ਫਿਰ ਨਾਮ ਲਈ ਧਿਆਨ। ਆਪਾਂ ਦੋ ਪਦਾਰਥ ਲੈ ਕੇ ਦੋ ਅਗਲਿਆਂ ਦੀ, ਫਿਰ ਉੱਥੋਂ ਭਗਤੀ ਆਰੰਭ ਹੁੰਦੀ ਹੈ। ਜਿਹੜੇ ਨਾਮ ਪਦਾਰਥ ਤੇ ਜਨਮ ਪਦਾਰਥ ਹੈ, ਤਿੰਨ ਕੇ ਮੁਖ ਸਦ ਉਜਲੇ। ਜਿਹਨਾਂ ਕੋਲ ਨਾਮ ਪਦਾਰਥ ਹੈ ਉਹਨਾਂ ਦੇ ਕਿੱਥੇ ਤੇ ਸੱਚਾ ਦਰਬਾਰ, ਉਹ ਸੱਚ ਦਾ ਦਰਬਾਰ ਲੱਗਿਆ ਹੋਇਆ, ਉੱਥੇ ਅਨੇਕਾਂ ਹੀ ਭਗਤ ਹੈ, ਉੱਥੇ ਮੁਖ ਉਜਲਾ ਹੋਏਗਾ। ਤੇ ਤੀਸਰੇ ਪਾਤਸ਼ਾਹ ਵਾਸਤੇ ਸਵਈਆ ਲਿਖਿਆ ਹੋਇਆ ਇੱਕ, ਤੈਂ ਪੜ੍ਹਿਓ। ਪੜ੍ਹਦੇ ਤਾਂ ਭਗਤ ਵੀ ਰਹੇ ਹੈ। ਤੀਸਰੇ ਪਾਤਸ਼ਾਹ ਸਤਿਗੁਰ ਸੀ, ਉਹਨਾਂ ਨੇ ਵੀ ਪੜ੍ਹਿਆ। ਇੱਕ ਉਹਨਾਂ ਨੇ ਸੋਚਾ ਹੋਏ ਕਿ ਜਿਹਵਿਆ ਲੱਗਾ ਪੜ੍ਹਨ ਸ਼ਲੋਕ ਨਹੀਂ ਕੀਤਾ ਸੀ, ਉਹਨਾਂ ਨੇ ਪੜ੍ਹਿਆ ਹੈ ਇੱਕ ਹੋਣ ਲਈ। ਮਨ ਧਰਿਓ ਇੱਕ, ਉਹ ਮਨ ਦੇ ਵਿੱਚ ਉਹੀ ਇੱਕ ਦਾ ਧਿਆਨ ਧਰਿਆ। ਫਿਰ ਵੀ ਇੱਕ ਹੋਣਾ ਹੈ, ਕਰੀ ਇੱਕ ਪਛਾਣਿਓ। ਆਪਣੇ ਆਪ ਨੂੰ ਇੱਕ ਕਰ ਲਿਆ, ਉਹ ਸਾਬਤ ਕਰ ਲਿਆ। ਸਾਬਤ ਤੋਂ ਬਾਅਦ ਉਹਨਾਂ ਨੇ ਪਛਾਣ ਲਿਆ ਆਪਣੇ ਆਪ ਨੂੰ। ਉਸ ਤੋਂ ਅੱਗੇ ਦੋ ਪਦਾਰਥ ਫਿਰ ਪਰਮੇਸ਼ਰ ਨੇ ਦਿੱਤੇ। ਇਹ ਤਰੀਕਾ ਸੀ, ਪਰ ਇਹ ਕਿਸੇ ਨੂੰ ਭਰਮ ਚ ਪਾ ਕੇ ਨਹੀਂ, ਉਹਨਾਂ ਨੇ ਆਪਣੇ ਲਈ ਕੀਤਾ। ਕਿਸੇ ਨੂੰ ਨਹੀਂ ਕਿਹਾ ਵੀ ਅੱਜ ਤੇਰੇ ਘਰੇ ਸਾਡਾ ਭੋਜ ਹੈ, ਆਹ ਪਾ, ਫਿਰ ਪੰਜਵਾਂ ਕਿਰਤ ਪਾ, ਹੁਣ ਪਾਕ ਪਵਿੱਤ ਹੋ ਗਿਆ, ਹੁਣ ਅਸੀਂ ਛਕਾਂਗੇ। ਉਸ ਤੋਂ ਬਾਅਦ ਪਾਪੀ ਸਿਉਤਨ ਗੱਡਿਆ, ਉਹ ਪ੍ਰੋਸੀਜਰ ਨਹੀਂ ਕੀਤਾ। ਸਿਰਫ ਪੜ੍ਹਿਆ ਹੈਗਾ ਆਤਮ ਗਿਆਨ ਲਈ। ਤੇ ਦੂਸਰਾ ਪਾਕ ਦੀ ਗੱਲ ਹੈ, ਉਹ ਕਹਿੰਦਾ ਹੋਆ ਪਾਕ ਪਵਿੱਤ। ਗੁਰਮਤ ਨੇ ਪਾਕ ਕਿਹਨੂੰ ਮੰਨਿਆ? ਏਕ ਵਸਤ ਬੂਝੇ ਤਾਂ ਹੋਵੇ ਪਾਕ। ਹੁਣ ਏਕ ਔਰ ਇੱਕ ਚ ਫਰਕ ਹੈ। ਏਕ ਵਸਤ ਨਾਮ ਹੈ, ਜਿਹਨੂੰ ਨਾਮ ਪਦਾਰਥ ਕਹਿੰਦੇ ਆ, ਇਹ ਕੋਈ ਅੱਖਰ ਨਹੀਂ ਹੈ। ਇਹ ਬੁੱਝਣਾ ਤਾਂ ਪਾਕ ਮੰਨਿਆ ਜਾਂਦਾ। ਇੱਥੇ ਤੱਕ ਤਾਂ ਕੋਈ ਪਹੁੰਚਿਆ ਹੀ ਨਹੀਂ। ਉਹ ਭੁੱਖੇ ਮੁੱਲਾ ਘਰੇ ਮਸੀਤ ਪਾਕ ਹੋਈ ਜਾ ਰਹੇ ਹੈ। ਉਹ ਸੋਚਾ ਹੋਏ ਕਿ ਜੇ ਵੇ ਲੱਗਾ ਪੜਨ ਸ਼ਲੋਕ ਹੈ, ਬਿਨ ਬੂਝੇ ਦੂਸਰਾ ਨਾ ਪਾਕ। ਕਹਿਣ ਦਾ ਭਾਵ ਉਹ ਪਾਕ ਮੰਨਦੇ ਸੀ, ਪਰ ਵੇਦ ਮਤ ਨੇ ਉਹਨਾਂ ਨੂੰ ਨਾ ਪਾ ਕੇ ਦੱਸੇ। ਜਿਨ੍ਹਾਂ ਨੇ ਨਹੀਂ ਬੁੱਝਿਆ, ਆਪਣੇ ਪਰ ਵੀ ਇਹੀ ਫਾਰਮੂਲਾ ਲੱਗ ਜਾਏਗਾ। ਏਕ ਵਸਤ ਕੋ ਪਹੁੰਚ ਨਾ ਸਾਕੇ, ਤਨ ਧਰਤੀ ਭੂਖ ਪਿਆਸਾ ਹੈ। ਧਨ ਰਹਿਤੀ ਭੂਖ ਪਿਆਸਾ ਹੈ। ਜਿਨ੍ਹਾਂ ਕੋਲ ਏਕ ਵਸਤ ਨਹੀਂ ਆਈ, ਉਹ ਬਾਹਰਲੇ ਭੋਜਨ ਨਾਲ ਤ੍ਰਿਪਤ ਨਹੀਂ ਹੋ ਸਕਦੇ। ਚਾਕੀ ਚਾਟੇ, ਚੂਨ ਖਾਏ, ਇਹਦੇ ਨਾਲ ਤ੍ਰਿਪਤ ਹੋਣਾ ਸੀ। ਪਰ ਉਹ ਚੂਨ ਜਿਹੜਾ ਆਪਾਂ ਦਿਖਦਾ, ਉਹ ਦਿਖਣ ਵਾਲਾ ਚੂਨ ਨਹੀਂ ਹੈ। ਉਹ ਹੈਗਾ ਆਟਾ ਹੀ, ਉਹਦੀ ਰੋਟੀ ਵੀ ਬਣਦੀ ਹੈ, ਪਰ ਉਹ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ। ਤਾਂ ਏਕ ਵਸਤ ਕੋ ਪਹੁੰਚ ਨਾ ਸਕੇ, ਬੜੀ ਗੱਲ ਸਾਫ਼ ਹੈ ਵੀ ਜਿਹੜੀ ਧਨ ਹੈ, ਜਿਹਨੂੰ ਆਪਾਂ ਪਿੱਛੇ ਕਹਿ ਰਹੇ ਹਾਂ ਬੁੱਧੀ ਹੈਗੀ ਹੈ, ਇਹ ਸੁਰਹਿ ਨਹੀਂ ਹੈਗੀ, ਇਹ ਅਸੁਰਹਿ ਹੈਗੀ ਹੈ। ਜਿਹਦੇ ਚ ਭੁੱਖ ਪਿਆਸ ਹੈ, ਉਹ ਤਾਂ ਸੁਰ ਤੋਂ ਬਾਹਰ ਹੀ ਹੈ। ਏਕ ਵਸਤ ਜੇ ਪਾਵੇ ਕੋਈ, ਜੇ ਕਿਸੇ ਨੂੰ ਮਿਲ ਜੇ ਪੂਰਨ ਕਾਜ ਤਾਹੂ ਕੋ ਹੋਏ। ਇਹ ਏਕ ਵਸਤ ਹੀ ਪਾਕ ਕਰਦੀ ਹੈ। ਉੱਥੇ ਘਿਓ ਪਾ ਕੇ ਪਾਕ ਪਵਿੱਤ ਨਹੀਂ ਹੋਇਆ ਜਾ ਸਕਦਾ। ਗੁਰਪ੍ਰਸਾਦ ਜਿਨ ਪਾਇਆ ਨਾਮ। ਗੁਰਪ੍ਰਸਾਦ ਨੇ ਕਿਹਨੂੰ ਰੋਟੀ ਮੰਨਿਆ, ਕਿਹਨੂੰ ਖਿਚੜੀ ਮੰਨਿਆ, ਕਿਹੜਾ ਭੋਜਨ ਹੈ, ਕਿਹੜੀ ਚੱਕੀ ਹੈ, ਕਿਹੜਾ ਚੱਕੀ ਦਾ ਚੀਥੜਾ ਹੈ, ਇਹ ਗੁਰਪ੍ਰਸਾਦ ਦੇ ਥਰੂ ਬੁੱਝਣਾ ਸੀ। ਨਾਨਕ ਆਇਆ ਸੋ ਪ੍ਰਵਾਨ, ਉਹਨਾਂ ਨੇ ਨਾਮ ਪਾਇਆ। ਜਿਨ੍ਹਾਂ ਨੇ ਇਹਨੂੰ ਫਿਜ਼ੀਕਲ ਵਰਲਡ ਚ ਲੈ ਗਏ, ਅਸੀਂ ਵੀ ਜਿਹੜਾ ਭੋਜਨ ਵਰਤਾਇਆ ਜਾਂਦਾ ਰਸੋਈ ਦਾ, ਉਹਨੂੰ ਲੰਗਰ ਕਹਿਣ ਲੱਗ ਗਏ। ਸੋ ਉਹਦੇ ਨਾਲ ਧਨ ਰਹਿਤੀ ਭੁੱਖ ਪਿਆਸਾ ਹੈ। ਲੰਗਰ ਨਾਲ ਤਾਂ ਭੁੱਖ ਪਿਆਸ ਮਿਟਦੀ ਹੈ, ਇੱਥੇ ਮਿਟ ਨਹੀਂ ਰਹੀ। ਇਹਦਾ ਮਤਲਬ ਸਾਨੂੰ ਵੀ ਇਸ ਗੱਲ ਦੀ ਵਿਚਾਰ ਕਰਨ ਦੀ ਲੋੜ ਹੈ। ਇੱਕ ਵਸਤ ਜੀ ਨਾ ਜਾਏ, ਇਹ ਜਿਹੜੀ ਵਸਤ ਹੈ ਇਹ ਤਜੀ ਨਹੀਂ ਜਾ ਸਕਦੀ, ਇਸੇ ਲਈ ਤਾਂ ਆਏ ਸੀ। ਇਹ ਲੈਣੀ ਸੀ, ਇਹਦੇ ਨਾਲ ਸੁਰਹੇਗੀ ਚਾਲ ਹੋਣੀ ਸੀ। ਫਿਰ ਆਪਾਂ ਜੋ ਇਹ ਸ਼ਲੋਕ ਹੈ, ਜੋ ਸਾਰਾ ਲਿਖਿਆ ਹੈ, ਫਿਰ ਉਹਦੇ ਆਪਾਂ ਨੂੰ ਅਰਥ ਸਾਫ਼ ਹੋ ਜਾਂਦੇ ਆ। ਇਹ ਵੀ ਪੰਡਤ ਦੀਆਂ ਗੱਲਾਂ ਹੋ ਰਹੀਆਂ, ਕਿਉਂਕਿ ਉਹੀ ਕਰਦਾ ਸੀ ਇਹ ਗੱਲ। ਮੈਂ ਜਾਣੋ ਪੜ੍ਹਵੋ ਭਲੋ, ਪੜ੍ਹ ਪੰਡਤ ਬਾਦ ਬਖਾਣੇ। ਪੜ੍ਹ ਕੇ ਵੀ ਬਾਦ ਤਾਂ ਮਨ ਦਾ ਮੁਕਿਆ ਨਹੀਂ ਹੈ, ਦੂਸਰਿਆਂ ਨੂੰ ਵੀ ਬਾਦ ਵਿਵਾਦ ਚ ਪਾਇਆ ਹੋਇਆ। ਭੀਤਰ ਹੋਣ ਦੀ ਵਸਤ ਨਾ ਜਾਣੇ। ਜਦ ਥਾਈ ਉਹ ਭੀਤਰ ਵਾਲੀ ਚੱਕੀ ਜਾਂ ਭੰਡ ਚ
नहीं जानते, वो भंड च अवस्थ पई है, जिन्हों ढूंढना सी ਉਹ ਦੀ ਜਾਣਕਾਰੀ नहीं मिली। अंधियारे दीपक आन जलाए, गुर ज्ञान गुरु लिव लागे। जेड़ा गुर दा ज्ञान है, गुर प्रसाद हैगा, पूर्ण ब्रह्म तो आई है बाणी, गुरमुख नाद हैगा, गुरमुख चो ਉਹ ਚੋਂ ਵੇਦ ਪੈਦਾ ਹੋਇਆ, ਉਹਦੇ ਨਾਲ ਫਿਰ ਗੁਰੂ ਦੇ ਨਾਲ ਲਿਵ ਲੱਗਦੀ ਹੈ ਬਾਅਦ ਚ। ਤਾਂ ਪਹਿਲਾਂ ਗੁਰੂ ਦਾ ਗਿਆਨ ਮਨ ਨੇ ਲੈਣਾ, ਮਨ ਨੇ ਉਸ ਤੋਂ ਬਾਅਦ ਭਗਤੀ ਕਰਨੀ ਹੈ, ਭਗਤੀ ਜਿਹੜੀ ਹੈ ਉਹ ਗੁਰੂ ਨਾਲ ਲਿਵ ਲੱਗਦੀ ਹੈ। ਅਗਿਆਨ ਅੰਧੇਰਾ ਬਿਨਸ ਬਨਾਸਿਓ, ਘਰ ਵਸਤ ਲਈ ਮਨ ਜਾਗੈ। ਮਨ ਜਾਥਾ ਹੀ ਨਹੀਂ ਜਾਗਿਆ, ਉਹ ਵਸਤ ਨਹੀਂ ਪ੍ਰਾਪਤ ਹੁੰਦੀ। ਮਨ ਨੂੰ ਜਗਾਉਣ ਲਈ ਗੁਰਪ੍ਰਸਾਦ ਚਾਹੀਦਾ। ਜਦੋਂ ਮਨ ਜਗ ਗਿਆ, ਗੁਰਪ੍ਰਸਾਦ ਮਿਲ ਗਿਆ, ਫਿਰ ਗਾਂ ਗੁਰੂ ਨਾਲ ਲਿਵ ਲੱਗਦੀ ਹੈ। ਇਹ ਦੋਏ ਅੱਖ ਅਲੱਗ ਅਲੱਗ ਨੇ। ਇਹ ਗ੍ਰਹਿ ਮੈਂ ਕੋਈ ਜਾਗਤ ਰਹੇ, ਗ੍ਰਹਿ ਮੈਂ ਫੇਰ ਗੱਲ ਆ ਗਈ। ਭੰਡ ਮੈਂ ਕੋਈ ਜਾਗਤ ਰਹੇ, ਜਿਹੜਾ ਜਾਗਤ ਰਹੇ ਉਹਦੀ ਇੱਛਾ ਮੁੱਕ ਜਾਂਦੀ ਹੈ ਮਾਇਆ ਦੀ, ਉਹ ਮਰ ਜਾਂਦਾ, ਉਹਨੇ ਆਪਣਾ ਫਿਰ ਅੰਦਰ ਭਾਲ ਲਿਆ। ਸੋ ਜਿਹੜਾ ਸ਼ਬਦ ਭੰਡ ਹੈ, ਗ੍ਰਹਿ ਮੈਂ ਇਹਦੀ ਹੀ ਆਉਂਦੀ ਹੈ। ਸਾਬਤ ਵਸਤੂ ਆਪਣੀ ਲਏ, ਜਿਹਨੇ ਸਾਬਤ ਵਸਤ ਲੈ ਲਈ ਉਹ ਫਿਰ ਅੱਗੇ ਸ਼ਬਦ ਵਿੱਚ ਲੀਨ ਹੋ ਜਾਂਦਾ। ਉਹ ਗੱਲ ਤਾਂ ਸਾਰੀ ਭੰਡ ਦੀ ਇਹੀ ਸੀ ਕਿ ਸਾਬਤ ਵਸਤ ਲੈਣ ਲਈ ਭੰਡ 'ਚ ਜਾਣਾ ਪੈਂਦਾ ਹੈ। ਭੰਡ ਦੇ ਵਿੱਚ ਸਾਬਤ ਵਸਤ ਮਿਲਦੀ ਹੈ, ਜਾ ਕੇ ਸਾਬਤ ਹੋਇਆ ਜਾਂਦਾ ਉਹਦੇ ਨਾਲ। ਪੰਡਤ ਪੜ੍ਹੇ ਵਖਾਣੇ ਵੇਦ, ਅੰਤਰਵਸਤ ਨਾ ਜਾਣੇ ਪਏ। ਜਿਹੜਾ ਅੰਤਰਵਸਤ ਹੈ ਉਹਦੀ ਤਾਂ ਗੱਲੇ ਨਹੀਂ ਹੋ ਰਹੀ, ਕਿਤੇ ਵੀ ਨਹੀਂ ਹੋ ਰਹੀ, ਸਿਰਫ ਬਾਹਰ ਮੁਖੀ ਹੋ ਗਏ ਹੈ। ਬਾਹਰ ਮੁਖੀ ਦੇ ਨਾਲ ਤਿਤ ਮੁਖ ਥੁੱਕਾਂ ਪਾਏ ਤੋਂ ਆਪਾਂ ਨਹੀਂ ਬਚ ਸਕਦੇ। ਦੂਸਰਾ ਪੰਡਿਤ ਨੇ ਇਹ ਵੀ ਕਿਹਾ ਹੋਇਆ ਵੀ ਅਸੀਂ ਸੂਤਕ ਵਾਲੇ ਘਰ 'ਚ ਨਹੀਂ ਜਾਂਦੇ, ਪਰ ਕਬੀਰ ਜੀ ਨੇ ਉਸੇ ਗੱਲ ਨੂੰ ਮੂਹਰੇ ਲਿਆਂਦਾ ਕਿ ਨੈਨੋ ਸੂਤਕ ਤੇਰੀ ਬੁੱਧੀ 'ਚ ਸੂਤਕ ਹੈ, ਬਹਿਨੋ ਸੂਤਕ ਸੋਚ ਸੂਤਕ ਆਇਆ ਹੋਇਆ। ਸੂਤਕ ਸੁਣੀ ਹੋਈ, ਜਿਹੜੀ ਤੂੰ ਗੱਲ ਸੁਣੀ ਹੈ ਉਹ ਸੂਤਕ ਵਾਲੀ ਹੋ ਸੀ, ਉਹਦੇ ਵਿੱਚੋਂ ਭਰਮ ਸੀਗਾ ਹੀ ਨਹੀਂ, ਗਾਇਬ ਹੀ ਨਹੀਂ ਸੀ ਹੋਇਆ। ਉਠਤ ਬੈਠਕ ਸੂਤਕ ਲੱਗ ਗਿਆ, ਤੈਨੂੰ ਤਾਂ ਹਰੇਕ ਪਾਸੇ ਅਗਿਆਨਤਾ ਦਾ ਸੂਤਕ ਲੱਗਿਆ ਹੋਇਆ। ਸੂਤਕ ਪਵੇ ਰਸੋਈ, ਤੂੰ ਇਹ ਵੀ ਮੰਨਿਆ ਹੋਇਆ ਅਗਿਆਨਤਾ 'ਚ ਵੀ ਜਿੱਥੇ ਕੋਈ ਮਰਦਾ ਸੂਤਕ ਰਸੋਈ 'ਚ ਤਾਂ ਰੋਜ਼ ਪੈਂਦਾ, ਪਰ ਤੂੰ ਖਾਣਾ ਖਾਣ ਤੋਂ ਕਿਉਂ ਨਹੀਂ ਹਟਦਾ। ਉੱਥੇ ਕਿਸੇ ਦੇ ਘਰੇ ਬੱਚਾ ਜੰਮੇ, ਉੱਥੇ ਸੂਤਕ ਦੀ ਗੱਲ ਲੱਗ ਜਾਂਦੀ ਹੈ। ਜੇ ਰਸੋਈ ਦੇ ਵਿੱਚ ਜੀ ਮਰ ਗਿਆ, ਲੱਕੜੀ ਦੇ ਵਿੱਚ ਸੀਗਾ, ਗੋਹੇ ਦੇ ਸੀਗਾ, ਪਾਥੀ ਵਿੱਚ ਸੀ ਕੀੜਾ, ਉਹਨਾਂ ਸੂਤਕ ਨਹੀਂ ਮੰਨਿਆ ਗਿਆ। ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ। ਇਹ ਪੰਕਤੀ ਆਪਾਂ ਤਾਂ ਪਾਈ ਹੈ ਕਿ ਗੁਰਮਤ ਨੇ ਰਸੋਈ ਮੰਨਿਆ ਹੈਗਾ ਜਿੱਥੇ ਰੋਟੀ ਪੱਕਦੀ ਹੈ, ਉੱਥੇ ਘਿਓ ਮੈਦੇ ਦਾ ਖਾਣ ਹੁੰਦਾ। ਘਿਓ ਔਰ ਮੈਦਾ ਦੋ ਮੇਨ ਆਪਣੇ ਇਨਗਰੀਡੀਐਂਟਸ ਹੈ ਕੋਈ ਵੀ ਜਿਹੜੀ ਬਾਹਰਲੇ ਸਰੀਰ ਨੂੰ ਚਾਹੀਦੀ ਹੈ। ਹੈ ਤਾਂ ਮੋਲੀਕਿਊਲਸ ਹੈ, ਮੋਲੀਕਿਊਲਸ ਹੈ, ਬਾਹਰਲਾ ਸਰੀਰ ਵੀ ਮਾਸ ਹੈ, ਮਾਸ ਨੇ ਮਾਸੇ ਖਾਣਾ। ਅਸੀਂ ਇਹਨਾਂ ਨੂੰ ਦੇਵਤਾ ਨਹੀਂ ਮੰਨਿਆ ਹੋਇਆ। ਸਾਡੇ ਤ੍ਰੈਵਣ ਦੇਹਰੀ ਚੱਲੇ ਪਾਣੀ ਅੰਨ, ਪਾਣੀ ਚਾਹੀਦਾ ਅੰਨ ਚਾਹੀਦਾ। ਇਹ ਤਾਂ ਬਾਹਰਲੀ ਗੱਲ ਹੈ, ਇਹ ਜਿਹੜੀ ਸਾਡੇ ਤ੍ਰੈਵਣ ਦੀ ਸਾਡੀ ਹੈਗੀ ਹੈ, ਪਰ ਇਹਨੂੰ ਅਸੀਂ ਅੰਨ ਪਾਣੀ ਨੂੰ ਦੇਵਤਾ ਨਹੀਂ ਕਿਹਾ, ਜਿਵੇਂ ਪੰਡਤ ਕਹਿੰਦਾ। ਇਸ ਤਰ੍ਹਾਂ ਹੀ ਭਗਤ ਕਬੀਰ ਜੀ ਨੇ ਇਸ ਗੱਲ ਨੂੰ ਹੋਰ ਦੱਸਿਆ ਕਿ ਸਰੀਰ ਨੂੰ ਕਿੰਨੀ ਕੁ ਖੁਰਾਕ ਚਾਹੀਦੀ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਇਹ ਸਰਾ ਜਿਹੜੀ ਅਸੀਂ ਉਹ ਤੇਤੋਂ ਮੰਗ ਲਾਂਗੇ, ਪਰਮੇਸ਼ਰ ਤੋਂ ਕਹਿੰਦੇ, ਪਰ ਕਿਸੇ ਨੂੰ ਅਗਿਆਨਤਾ 'ਚ ਨਹੀਂ ਪਾਵਾਂਗੇ। ਦੋ ਸਿਰ ਮੰਗੋ ਚੂਨਾ। ਸ਼ੇਰ ਦੇ ਅਰਥ ਜਿੰਨੇ ਕੁ ਮੈਂ ਲੱਭੇ 160 ਗ੍ਰਾਮ ਬਣਦੇ ਆ, ਕਹਿੰਦੇ 320 ਗ੍ਰਾਮ ਚਾਹੀਦਾ ਚੂਨਾ। ਕਹਿਣ ਦਾ ਮਤਲਬ ਆਟਾ ਪੀਸਿਆ ਹੋਇਆ ਪਾਊਡਰ ਨੂੰ ਕਹਿੰਦੇ ਆ ਚੂਨਾ। ਕਿਸੇ ਚੀਜ਼ ਦਾ ਵੀ ਹੋ ਸਕਦਾ, ਕੱਲਾ ਕਣਕ ਦਾ ਨਹੀਂ ਹੁੰਦਾ ਉਹ, ਪਰ ਪਿਸਿਆ ਹੁੰਦਾ ਹੈ। ਉਹਦੀ ਜਿਹੜੀ ਕੰਸਿਸਟੈਂਸੀ ਹੈ ਉਹ ਰੋਟੀ ਬਣਾਉਣ ਵਾਲੀ ਹੁੰਦੀ ਹੈ। ਪਾਓ ਘਿਓ ਸੰਗ ਲੂਣਾ, ਥੋੜਾ ਪਾਓ 40 ਗ੍ਰਾਮ ਸਾਨੂੰ ਘਿਓ ਵੀ ਚਾਹੀਦਾ। ਪਾਓ ਹੁੰਦਾ 1/4 ਆਫ ਸ਼ੇਰ, ਸੰਗ ਲੂਣਾ ਲੂਣ ਚਾਹੀਦਾ, ਨਹੀਂ ਤਾਂ ਸਾਡਾ ਜਿਹੜਾ ਸਿਸਟਮ ਹੈ ਉਹ ਨਹੀਂ ਚੱਲਦਾ। ਜੇ ਸੋਲਟ ਆਪਾਂ ਨੂੰ ਪਤਾ ਸੋਡੀਅਮ ਘਟ ਜਾਵੇ ਅੱਜ ਕੱਲ੍ਹ ਕੀ ਪ੍ਰੋਬਲਮ ਆਉਂਦੀ ਹੈ। ਅੱਧ ਸਿਰ ਮੰਗੋ ਦਾਲੇ, ਅੱਧੇ ਸਿਰ ਦਾਲ ਚਾਹੀਦੀ ਹੈ ਮੈਨੂੰ। ਇੱਕ ਵੀ 80 ਗ੍ਰਾਮ ਦਾਲ ਬਥੇਰੀ ਹੈ। ਮੋਕੋ ਦੋਨੋਂ ਵਕਤ ਵਾਲੇ, ਇੰਨੀ ਕੁ ਨਾਲ ਮੇਰਾ ਗੁਜ਼ਰ ਜਾਂਦਾ, ਇੰਨੇ ਕੁ ਸਰੀਰ ਨੂੰ ਚਾਹੀਦਾ। ਬਾਕੀ ਸ਼ਬਦ ਵਿਚਾਰ ਸੋ ਕਿ ਮੰਦਾ ਆਖੀਏ। ਹੁਣ ਇਹ ਆਪਾਂ ਕਰ ਚੁੱਕੇ ਹਾਂ ਕਿ ਇਹ ਜਿਹੜੇ ਅਰਥ ਹਨ ਉਹ ਜਿੰਨੇ ਆਪਾਂ ਵਿਚਾਰ ਕੀਤੀ ਹੈ ਉਹ ਕਿਸੇ ਇਸਤਰੀ ਜਾਤ ਲਈ ਨਹੀਂ ਹੈ, ਉਹ ਕਿਸੇ ਮੱਤ ਲਈ ਹੈ। ਜਿਹੜੀ ਮੱਤ ਨੇ ਭਰਮ ਤੋਂ ਦੂਰ ਹੋ ਕੇ ਸੱਚਾਈ ਦੱਸੀ ਹੈ, ਉਸ ਮੱਤ ਨੂੰ, ਉਸ ਧਰਮ ਨੂੰ ਅਸੀਂ ਮੰਦਾ ਨਹੀਂ ਆਖ ਸਕਦੇ। ਇਹਦੇ ਬਾਰੇ ਸਾਡੇ ਕੋਲ ਪ੍ਰਮਾਣ ਹੈ ਮੰਦਾ ਸ਼ਬਦ ਦੇ। ਸਾਧ ਕੇ ਸੰਗੀ ਨਾ ਹੀ ਕੋ ਮੰਦਾ। ਜਿਹਨੇ ਆਪਣੇ ਮੂਲ ਦਾ ਸੰਗ ਕਰ ਲਿਆ, ਉਹਦੀ ਜਿਹੜੀ ਮੰਦ ਭਾਵਨਾ ਸੀ ਮਨ ਚੋਂ ਮੁੱਕ ਗਈ ਹੈ। ਸਾਧ ਸੰਗ ਜਾਣੇ ਪਰਮਾਨੰਦ, ਉਹ ਸਾਧ ਸੰਗੀ ਨੇ ਤਾਂ ਗਾਹਾਂ ਪਰਮਾਨੰਦ ਦੀ ਅਵਸਥਾ ਲੈ ਲਈ ਹੈ। ਜਦੋਂ ਸਾਧ ਦਾ ਸੰਗ ਕੀਤਾ ਦੋ ਪਦਾਰਥ ਲਏ,
ਹੁਣ ਸਾਧ ਸੰਗੀ ਨੇ ਗਾਂ ਪਰਮਾਨੰਦ ਪਰਮੇਸ਼ਰ ਨੂੰ ਵੀ ਜਾਣ ਲਿਆ। ਉਸ ਮੱਤ ਨੂੰ ਉਹਨਾਂ ਦੇ ਪੈਰਕਾਰਾਂ ਨੂੰ ਕੋਈ ਮੰਦਾ ਕਿਵੇਂ ਆਖ ਸਕਦਾ, ਕਿਉਂਕਿ ਮੰਦਾਪਣ ਤਾਂ ਮੁੱਕ ਗਿਆ। ਮੰਦਾ ਤਾਂ ਮਨ ਚ ਸੀ, ਉਹ ਨਹਾਉਣੇ ਨਾਲ ਨਹੀਂ, ਉਹ ਕਿਸੇ ਸ਼ਲੋਕ ਪੜ੍ਹਨ ਨਾਲ ਨਹੀਂ ਸੀ ਜਾਂਦਾ। ਨਾ ਕੋਈ ਦੁਸ਼ਮਣ ਦੋਖੀਆ, ਨਾ ਹੀ ਕੋਈ ਮੰਦਾ। ਹੁਣ ਜਦ ਮਨ ਨਹੀਂ ਰਿਹਾ ਤਾਂ ਜਿਹੜਾ ਮੰਦਾਪਣੇ ਨਹੀਂ ਰਿਹਾ। ਗੁਰ ਕੀ ਸੇਵਾ ਸੇਵਕੋ, ਗੁਰ ਕੀ ਸੇਵਾ ਕੀਤੀ ਸੇਵਕ ਨੇ, ਨਾਨਕ ਖਸਮੇ ਬੰਦਾ। ਇਹ ਜਿਹਨੂੰ ਉਹ ਕਹਿੰਦੇ ਵੀ ਬੰਦਾ ਕੌਣ ਹੈ, ਆਹ ਬੰਦਾ ਹੈ ਸੀ। ਖਸਮ ਦਾ ਬੰਦਾ ਬਣਨਾ ਸੀ, ਉਹ ਅਸੀਂ ਤਾਂ ਬਣਾਂਗੇ ਜੇ ਸਾਡਾ ਮਨ ਦਾ ਭਰਮ ਦੂਰ ਹੋਏਗਾ। ਜੀ ਜੇ ਸਭ ਤਿਸਕੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਹੁਣ ਕਿਸੇ ਮੱਤ ਨੇ ਸ਼ੈਤਾਨ ਨੂੰ ਮੰਦਾ ਸਮਝਿਆ ਹੋਇਆ, ਉਹ ਕਹਿੰਦੇ ਦੂਜਾ ਤਾਂ ਕੋਈ ਹੈ ਹੀ, ਤੂੰ ਹੀ ਹੈ, ਤੇਰਾ ਹੀ ਰੂਪ ਹੈ ਉਹ, ਤੂੰ ਨੂੰ ਆਪਣੇ ਆਪ ਤੋਂ ਅਲੱਗ ਨਹੀਂ ਸਮਝ ਸਕਦਾ। ਇਹ ਮੱਤਾਂ ਦੁਨੀਆ ਨੂੰ ਉਪਦੇਸ਼ ਦਿੱਤਾ, ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਆਪ ਭਾਲੀ ਦਿੱਤੀ ਹਨ ਅੰਤਰ ਲੋਭ ਵਿਕਾਰਾ। ਹੁਣ ਇੱਕੋ ਹੀ ਹੁਕਮ ਵਰਤ ਰਿਹਾ, ਏਕਾ ਫੇਰ ਸ਼ਬਦ ਗੁਰੂ ਹੈ, ਉਹਦੀ ਔਕਾਰ ਚੱਲ ਰਹੀ ਹੈ, ਸ਼ੈਤਾਨ ਵਾਲੀ ਗੱਲ ਨਹੀਂ ਹੋ ਰਹੀ ਹੈ। ਪਰ ਉਹ ਜਿਹੜੀਆਂ ਮੱਤਾਂ ਨੇ ਭਰਮ ਪਾਏ ਹੈ, ਉਹ ਵੀ ਸੁੱਚਾ ਹੋਏ ਕਿ ਜਿਹੇ ਲੱਗਾ ਪੜ੍ਹਨ ਸ਼ਲੋਕ ਦੀ ਕੈਟੇਗਰੀ 'ਚ ਆਉਣਗੇ। ਹੁਣ ਇੱਕ ਪੌੜੀ ਹੈ ਪੂਰੀ, ਉਹਦੇ ਕੁਛ ਆਪਾਂ ਪੰਕਤੀਆਂ ਦੇਖਦੇ ਹਾਂ ਕਿ ਉਹ ਮੰਦੇ ਬਾਰੇ ਆਪਾਂ ਨੂੰ ਕੀ ਦੱਸਦੇ ਆ। ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਜਿੱਥੇ ਸਾਧ ਜਨ ਬੈਠੇ ਹੋਣੇ ਸੱਚਖੰਡ ਜਾਣੇ ਸਾਰੇ ਹੋ। ਉਹ ਸੇਵਨ ਸਿਮਰਨਥ ਆਪਣਾ ਬਿਨ ਸੇ ਸੰਬੰਧ, ਜਿਨ੍ਹਾਂ ਨੇ ਆਪਣਾ ਸਿਮਰਨਥ ਮੂਲ ਨੂੰ ਦੀ ਸੇਵਾ ਕੀਤੀ ਹੈ, ਹਰੀ ਰਾਮ ਜਾਂ ਮੁਰਾਰੀ ਦੀ, ਉਹਨਾਂ ਦੇ ਅੰਦਰੋਂ ਤਾਂ ਮੰਦਾ ਬਿਨਸ ਗਿਆ। ਪਰ ਉਹਨਾਂ ਨੂੰ ਮੰਦਾ ਕਿਉਂ ਕਿਹਾ ਜਾ ਰਿਹਾ, ਇਹ ਸਵਾਲ ਹੈਗਾ ਉਸ ਸ਼ਲੋਕ ਵਿੱਚ। ਸੋ ਕਿਉਂ ਮੰਦਾ ਆਖੀਏ, ਪਤਿਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹਿੰਦਾ। ਹੁਣ ਉਹ ਕਹਿੰਦੇ ਵੀ ਪਤਿਤਾਂ ਨੂੰ ਉਦਾਹਰਣ ਵਾਲਾ ਪਾਰ ਬ੍ਰਹਮ ਹੈ, ਅਸੀਂ ਨਹੀਂ ਹੈ, ਅਸੀਂ ਕਿਸੇ ਦਾ ਉਦਾਹਰਨ ਨਹੀਂ ਕਰ ਸਕਦੇ, ਅਸੀਂ ਦੱਸਦੇ ਹਾਂ ਇਹ ਗੱਲ। ਸੰਤ ਵੇਦ ਹੈ ਉਹ। ਹੁਣ ਦੇਖੋ ਸੰਤ ਵੇਦ ਇੱਕ ਸ਼ਬਦ ਹੈ, ਸੰਤ ਇੱਕ ਤਾਂ ਹਰ ਕੇ ਸੰਤ ਹੈ, ਇੱਕ ਸੰਤ ਵੇਦ ਹੈ। ਉਹ ਕਹਿੰਦੇ ਨੇ ਇਹ ਗੁਰਮੁਖ ਵੇਦ ਹੁੰਦੇ ਨੇ। ਇਹ ਸੰਤ ਵੇਦ ਬੜੀ ਇੰਪੋਰਟੈਂਟ ਗੱਲ ਹੈ ਸਾਡੇ ਲਈ। ਭਗਤੀ ਵਿਸ਼ਲ ਤੇਰਾ ਬਿਰਧ ਹੈ, ਜਿਹੜੇ ਭਗਤੀ ਕਰਦੇ ਆ ਉਹਨਾਂ ਨੂੰ ਤੂੰ ਦੋ ਪਦਾਰਥ ਹੋਰ ਦੇਣਾ, ਜੁਗ ਜੁਗ ਵਰਤਨ ਦਾ, ਹਮੇਸ਼ਾ ਹੀ ਇਹ ਵਰਤਦਾ ਆਇਆ ਰੂਪ। ਨਾਨਕ ਜਾਚਾ ਏਕ ਨਾਮ, ਹੁਣ ਨਾਨਕ ਕੋਲ ਇੱਕ ਹੋਣ ਵਾਲਾ ਨਾਮ ਤਾਂ ਸੀਗਾ ਜੀ, ਪਰ ਏਕ ਨਾਮ ਦੀ ਜਾਚਨਾ ਹੋ ਰਹੀ ਹੈ। ਏਕ ਨਾਮ ਜੋ ਹੈ ਉਹ ਪਰਮੇਸ਼ਰ ਤੋਂ ਮਿਲਦਾ ਹੈ, ਮਨ ਤਨ ਭਾਵਨ ਦਾ, ਤਾਂ ਕਿ ਮੇਰਾ ਮਨ ਤਨ ਜਿਹੜਾ ਹੈਗਾ ਉਹਦੇ ਵਿੱਚ ਹਿਰਦਾ ਜਿਹੜਾ ਹੈ ਰੱਜਵੇ। ਸੋ ਏਕ ਨਾਮ ਔਰ ਇੱਕ ਨਾਮ 'ਚ ਫਰਕ ਹੈ। ਉੱਥੇ ਇੱਕ ਲਈ ਪੜ੍ਹਿਆ ਸੀ, ਇੱਕ ਲਈ ਪੜ੍ਹ ਕੇ ਤੀਸਰੇ ਪਾਤਸ਼ਾਹ ਦੀ ਜੋ ਗੱਲ ਹੈ ਉਹ ਫਿਰ ਅੱਗੇ ਆ ਜਾਂਦੀ ਹੈ ਕਿ ਏਕ ਨਾਮ ਦੀ ਜਾਚਨਾ ਕਰਨੀ ਪੈਂਦੀ ਹੈ। ਹੁਣ ਆਪਾਂ ਇਹਦਾ ਕਨਕਲੂਜਨ ਕਰੀਏ ਕਿ ਉਹ ਮੰਦਾ ਆਖਿਆ ਜਾ ਰਿਹਾ ਸੀ, ਇਹਦਾ ਗੁਰਬਾਣੀ 'ਚ ਫੈਸਲਾ ਹੈ ਕਿ ਕਿਹਨੂੰ ਮੰਦਾ ਆਖਿਆ ਜਾ ਰਿਹਾ ਸੀ। ਇਹ ਪੂਰਾ ਸ਼ਬਦ ਹੈ ਭਗਤ ਧੰਨਾ ਜੀ ਦਾ, ਨਾਲ ਇਹਦੇ ਵਿੱਚ ਕੁਛ ਕੋਈ ਚੇਂਜ ਹੈ ਤਾਂ ਇਹ ਪੰਜਮ ਪਾਤਸ਼ਾਹ ਨੇ ਲਿਖਿਆ ਹੈ। ਅਸਲ ਵਿੱਚ ਇਹ ਧੰਨਾ ਜੀ ਦਾ ਸ਼ਬਦ ਹੈ, ਇਹਨੂੰ ਧੰਨਾ ਜੀ ਦੀ ਹੀ ਉਹਦੇ ਵਿੱਚ ਜੋ ਆਪਾਂ ਪੜ੍ਹਦੇ ਹਾਂ ਇੰਡੈਕਸ, ਜਿਹਨੂੰ ਆਪਾਂ ਤਤਕਰਾ ਕਹਿੰਦੇ ਹਾਂ, ਉਹ ਇਹ ਧੰਨਾ ਜੀ ਦੀ ਸ਼ਬਦ ਦੀ ਗਿਣਤੀ 'ਚ ਆਇਆ ਹੋਇਆ। ਗੋਬਿੰਦ 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 ਸਿੰਘ ਨਾਮਦੇਵ ਮਨ ਲੀਣਾ, ਨਾਮਦੇਵ ਜੀ ਭਗਤ ਹਨ। ਆਜ ਨਾਮ ਕੋ ਛੀਪਰੋ, ਪਰ ਦੁਨੀਆ ਵਾਲੇ ਮੰਦਾ ਕਹਿੰਦੇ ਸੀ ਇਹਨਾਂ ਨੂੰ। ਹੁਣ ਕਹਿੰਦੇ ਸੀ ਇਹ ਤਾਂ ਛੀਪਾ, ਇਹ ਤਾਂ ਸਿਰਫ ਇੱਕ ਦਰਜੀ ਹੈ, ਇੱਕ ਪ੍ਰਿੰਟਰ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਨਾਮਦੇਵ ਦਾ ਮਨ ਜਿਹੜਾ ਹੈਗਾ ਗੋਬਿੰਦ ਦੇ ਨਾਲ ਲੀਨ ਹੋ ਚੁੱਕਿਆ। ਬੁੰਨਾ ਤੰਨਾ ਤਿਆਗ ਕੇ ਪ੍ਰੀਚਰਨ ਕਬੀਰਾ, ਨੀਚ ਕੁਲਾ ਜੁਲਾਹਰਾ। ਹੁਣ ਤਾਂ ਉਹਨਾਂ ਨੇ ਆਪੇ ਲਿਖਤਾ ਕਿ ਇਹਨਾਂ ਨੂੰ ਨੀਚ ਕੁਲ ਦੱਸਦੇ ਸੀ, ਤੇ ਸਾਡੇ ਲਈ ਸਭ ਤੋਂ ਸਿਰਮੌਰ ਭਗਤ ਕਬੀਰ ਜੀ ਆ, ਕਿ ਉਹਨਾਂ ਤੋਂ ਅੱਗੇ ਹੀ ਗਿਆਨ ਚੱਲਿਆ। ਭਇਓ ਗੁਣੀ ਗਹੀਰਾ, ਗੁਣੀ ਗਹੀਰਾ ਉਹ ਹੁੰਦਾ ਜਿਹੜਾ ਸਮਾਈ ਹੋਵੇ ਜਿਹੜੀ ਸੁਰਤ ਸੱਚ ਵਿੱਚ। ਰਵਿਦਾਸ ਢੁਵੰਤਾ ਢੋਰ ਨੀਤ, ਲੋਕਾਂ ਨੂੰ ਐਂ ਲੱਗਦਾ ਸੀ ਰਵਿਦਾਸ ਜੀ ਸਿਰਫ ਡੰਗਰੇ ਢੋਈ ਜਾਂਦੇ, ਔਰ ਉਹ ਮਾੜਾ ਸਮਝਦੇ ਸੀ ਇਸ ਕੰਮ ਨੂੰ ਕਿ ਉਹ ਕਿਸੇ ਹੋਰ ਨੂੰ ਕਹਿੰਦੇ ਸੀ, ਪਰ ਉਹਨਾਂ ਦਾ ਪ੍ਰੋਫੈਸ਼ਨ ਸੀ। ਉਹਨਾਂ ਦੀ ਪ੍ਰਾਪਤੀ ਕੀ ਹੈ, ਵੇਦਮਤ ਕੀ ਕਹਿੰਦੀ ਹੈ, ਤਿੰਨ ਤਿਆਗੀ ਮਾਇਆ। ਕਿਸੇ ਪੰਡਿਤ ਨੇ ਚਾਹੇ ਕੁਛ ਵੀ ਕੀਤਾ ਹੋਵੇ, ਜਾਂ ਜੋਗੀ ਨੇ ਚਲੋ ਮਾਇਆ ਤਿਆਗੀ ਸੀ, ਪਰ ਪੰਡਿਤ ਤੋਂ ਤਾਂ ਮਾਇਆ ਵੀ ਨਹੀਂ ਸੀ ਤਿਆਗ ਹੋਈ। ਉਹ ਤਾਂ ਪਹਿਲਾ ਸੁੱਚਾ ਆਪ ਹੋਏ ਭੁਲੇਖਾ ਪਾਉਂਦਾ ਸੀ। ਪ੍ਰਗਟ ਹੋਆ ਸਾਧ ਸੰਗ ਹਰਿ ਦਰਸ਼ਨ ਪਾਇਆ, ਹਰਿ ਦਰਸ਼ਨ ਪਰਮੇਸ਼ਰ 'ਚ ਸਮਾ ਗਏ। ਸੈਣਨਾਈ ਬੁਤਕਾਰੀ ਹੈ, ਉਹ ਕਹਿੰਦੇ ਵੀ ਉਹਨਾਂ ਨੂੰ ਭੇਜਿਆ ਜਾਂਦਾ ਸੀ ਲੋਕਾਂ ਦੇ ਘਰੇ ਜਾ ਕੇ, ਸੁਨੇਹੇ ਦਿਓ, ਕੋਈ ਜਨਮ ਹੋ ਗਿਆ, ਕੋਈ ਮੌਤ ਹੋ ਗਈ, ਜੋ ਵੀ ਹੈ। ਹਿਰਦੇ ਵਸਿਆ ਪਾਰ ਬ੍ਰਹਮ, ਐਡੀ ਉੱਚੀ ਅਵਸਥਾ ਵਾਲਾ ਭਗਤਾਂ ਮੈਂ ਗਣਿਆ। ਜਦੋਂ ਤੱਕ ਹਿਰਦੇ 'ਚ ਪਾਰ ਬ੍ਰਹਮ ਨਹੀਂ ਹੁੰਦਾ, ਭਗਤ ਨਹੀਂ ਮੰਨਿਆ ਜਾਂਦਾ।
ਪਰ ਅਸੀਂ ਭਗਤ ਨੂੰ ਨੀਵਾਂ ਸਮਝਦੇ ਹਾਂ। ਭਗਤ ਜਿਹੜਾ ਹੈ ਉਹਦੇ ਹਿਰਦੇ 'ਚ ਪਾਰ ਬ੍ਰਹਮ ਹੁੰਦਾ, ਉਸਕਾ ਨਾਮ ਸਤਰਾਮਦਾਸ ਵੀ ਹੈ। ਇਹ ਬਿਰ ਸੁਣ ਕੇ ਜਾਟਰੋ, ਫਿਰ ਇਹਨਾਂ ਵਿਧੀਆਂ ਤੋਂ ਜਾਟਰੋ ਜਿਹੜੇ ਸੀ, ਜਿਹਨਾਂ ਦਾ ਪ੍ਰੋਫੈਸ਼ਨ ਖੇਤੀ ਕਰਨ ਦਾ ਸੀ, ਉਹ ਵੀ ਉੱਠ ਖੜੇ। ਉੱਠ ਖੜਾ ਮਤਲਬ ਹੈ ਜਾਗ ਪਏ, ਕੁਛ ਭਗਤੀ ਲੱਗਾ, ਉਹਨਾਂ ਨੇ ਵੀ ਭਗਤੀ ਕੀਤੀ ਹੈ। ਮਿਲੇ ਪ੍ਰਤਾ ਗੁਸਾਈਆਂ ਧੰਨਾ ਵਡਭਾਗਾ। ਸੋ ਇਹ ਜੋ ਖਾਸ ਕਰ ਇਹ ਜੋ ਸ਼ਬਦ ਹੈ ਧੰਨਾ ਜੀ ਦਾ, ਇਹ ਜਿਹੜਿਆਂ ਨੂੰ ਕੁਛ ਅਵੈਦਿਕ ਮਤਾਂ ਜਾਤ ਪਾਤ 'ਚ ਫਸੀਆਂ ਸੀ, ਨੀਵਾਂ ਸਮਝਦੀਆਂ ਸੀ, ਇਹਦੇ ਬਾਰੇ ਪੰਚਮ ਪਾਤਸ਼ਾਹ ਨੇ ਵੀ ਨਾਲ ਇਹ ਗੱਲ ਦਾ ਪ੍ਰੌੜਤਾ ਕੀਤੀ ਹੈ ਕਿ ਇਹ ਸਾਰੇ ਵਡਭਾਗੇ ਸੀ, ਇਹ ਕਿਤੇ ਸਤਿਗੁਰ ਨਾਲੋਂ ਘੱਟ ਨਹੀਂ ਸੀ, ਇਹ ਸਭ ਇੱਕ ਪੱਧਰ ਤੇ ਸੀ। ਕਿਉਂਕਿ ਜਿਹੜੇ ਭਗਤੀ ਲੱਗ ਗਏ ਹੈ, ਭਗਤੀ ਤਾਂ ਲੱਗਿਆ ਨਹੀਂ ਜਾਂਦਾ ਜਿੱਥੇ ਪੂਰਨ ਬ੍ਰਹਮ ਨਾ ਹੋਵੇ। ਸੋ ਉਹੀ ਭਗਤਾਂ ਵਾਲਾ ਰੂਪ, ਸਤਿਗੁਰ ਵਾਲਾ ਰੂਪ ਬਾਕੀ ਮਾਲਿਆਂ ਦਾ ਸੀ, ਉਹੀ ਇਹਨਾਂ ਦਾ ਸੀ। ਇਹਨਾਂ ਨੂੰ ਮੰਦਾ ਆਖਿਆ ਜੋ ਜਾ ਰਿਹਾ ਸੀ, ਉਹ ਬਿਲਕੁਲ ਅਵੈਦਿਕ ਧਾਰਨਾ ਸੀ। ਇਹ ਭਗਤੀ ਵਾਲੇ ਹੈ, ਇਹਨਾਂ ਦੇ ਮਨ 'ਚ ਪਾਰ ਬ੍ਰਹਮ ਹੈ, ਸੋ ਇਹਨਾਂ ਨੂੰ ਮੰਦੇ ਨਹੀਂ ਆਖਿਆ ਜਾਣਾ ਚਾਹੀਦਾ। ਸੋ ਕਿਉਂ ਮੰਦਾ, ਇਕੱਲੇ ਇਕੱਲੇ ਦਾ ਨਾਮ ਲਿਆ ਹੋਇਆ, ਇੱਥੇ ਦਾ ਨਾਮ ਹੀ ਲਿਖਤਾ, ਨਾਮਦੇਵ ਜੀ ਦਾ ਲਿਖਤਾ, ਕਬੀਰ ਜੀ ਦਾ ਲਿਖਤਾ, ਰਵਿਦਾਸ ਜੀ ਦਾ, ਸੈਣ ਜੀ ਦਾ, ਇਹ ਤਾਂ ਉਹਨਾਂ ਦੇ ਨਾਮ ਸੀਗੇ। ਉਹਨਾਂ ਨੂੰ ਪਰਟੀਕੁਲਰਲੀ ਐਡਰੈਸ ਕਰਕੇ ਦੱਸਿਆ ਵੀ ਇਹਨਾਂ ਦੀ ਜੋ ਸੀਗੀ ਜਿਹੜੀ ਕਿਰਤ ਕਮਾਈ ਸੀ, ਉਹ ਦੂਸਰਿਆਂ ਤੋਂ ਅਵੈਦਿਕ ਮਤਾਂ ਨਾਲੋਂ ਕਿਤੇ ਉੱਚੀ ਸੀ। ਪਰ ਕਿਉਂਕਿ ਉਹ ਉਸ ਜਾਤ ਪਾਤ ਨੂੰ ਮੰਨਦੇ ਸੀ, ਉਹ ਉਹਨਾਂ ਨੂੰ ਜੋਤ ਦੇ ਪੱਧਰ ਤੇ ਨਹੀਂ ਸਮਝ ਸਕੇ। ਅਸੀਂ ਵੀ ਇਹੀ ਸਮਝਣਾ ਕਿ ਗੱਲ ਜੋਤ ਦੀ ਹੈ। ਸੋ ਕਿਉ ਮੰਦਾ ਆਖੀ, ਇਹ ਜਿੰਨੇ ਭਗਤ ਨੇ ਇਹਨਾਂ ਨੂੰ ਚੋਂ ਆਪਾਂ ਮੰਦਾ ਕਿਸੇ ਨੂੰ ਨਹੀਂ ਆਖ ਸਕਦੇ। ਅੱਗੇ ਲਈ ਆਪਾਂ ਜਿਹੜੀ ਵਿਚਾਰਧਾਰਾ ਕਰਾਂਗੇ ਜਿਤ ਜੰਮੇ ਰਾਜਾਨ, ਫਿਰ ਉੱਥੇ ਜਾ ਕੇ ਆਪਾਂ ਨੂੰ ਇਹ ਗੱਲ ਹੋਰ ਸਪਸ਼ਟ ਹੋ ਜਾਏਗੀ। ਅੱਜ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।